ਮੈਨੂੰ ਇਹ ਲੱਗਦਾ ਲੋਕਾਂ ਨੂੰ ਉਮੀਦਾਂ ਨਾਲੋਂ ਉਹਨਾਂ ਦੀਆਂ ਮਜਬੂਰੀਆਂ ਜ਼ਿਆਦਾ। ਉਹ ਇੰਨੇ ਸਤਾਏ ਹੋਏ ਆ ਰਵਾਇਤੀ ਪਾਰਟੀਆਂ ਦੇ, ਬੀਜੇਪੀ, ਕਾਂਗਰਸ, ਅਕਾਲੀ ਦਲ। ਉਹਨਾਂ ਨੂੰ ਲੱਗਦਾ ਸੀਗਾ ਕਿ ਐਤਕੀ ਯਾਰ ਬਦਲ ਕੇ ਦੇਖ ਲਈਏ, ਸ਼ਾਇਦ ਉੱਥੇ ਕੁਝ ਹੋਵੇ। 8 ਸਾਲ ਤੇ ਸਾਨੂੰ ਹੋ ਗਏ ਆ ਰੌਲਾ ਪਾਉਂਦਿਆਂ ਵੀ ਬਚਿਓ, ਤਿਲਕ ਜਾਓਗੇ, ਡਿੱਗ ਪਓਗੇ, ਗੋਡੇ ਬਣਾ ਲਓਗੇ। ਹੁਣ ਰੋਜ਼ ਤਿਲਕ ਕੇ ਡਿੱਗਦੇ ਆ ਲੋਕ, ਨਾਲੇ ਕੱਪੜੇ ਖਰਾਬ ਹੁੰਦੇ, ਨਾਲੇ ਸੱਟ ਲੱਗਦੀ ਆ। ਇੱਥੇ ਤੇ ਕਿਹੜੀ ਪਾਰਟੀ ਝੂਠ ਨੂੰ ਬੜੇ ਵਧੀਆ ਢੰਗ ਦੇ ਨਾਲ, ਇਮਾਨਦਾਰੀ ਦੇ ਢੰਗ ਦੇ ਨਾਲ, ਆਰਾਮ ਨਾਲ ਵੇਚ ਸਕਦੀ ਆ, ਉਹਦੀ ਦੁਕਾਨ ਚੱਲਦੀ ਆ। ਜਿੱਦਣ ਆਇਆ ਕੋਵਿਡ ਤੇ ਸਾਰਾ ਕੁਝ ਜਲੂਸ ਨਿਕਲ ਗਿਆ, ਲਾਸ਼ਾਂ ਸਾੜਨ ਲਈ ਲੱਕੜਾਂ ਹੀ ਨਹੀਂ ਸੀ ਤੇ ਆਕਸੀਜਨ ਮੁੱਕ ਗਈ। ਇਹ ਆਪਾਂ ਸਾਰਿਆਂ ਨੇ ਅੱਖੀਂ ਦੇਖਿਆ। ਇੰਨੀ ਦੁਰਦਸ਼ਾ ਤੇ ਗਰੀਬ ਦੇਸ਼ 'ਚ ਵੀ ਨਹੀਂ ਹੋਈ ਜਿੰਨੀ ਇਹਨਾਂ ਨੇ ਕੀਤੀ। ਇਹ ਇੱਕ ਚਲਾਕੀ ਨਾਲ ਸੱਤਾ ਇੱਕ ਵਾਰੀ ਨਹੀਂ ਲਈ, 2 ਵਾਰੀ ਲਈ ਤੇ ਤੀਜੀ ਵਾਰੀ ਤਿਆਰ ਬੈਠੇ 2024 ਦੀ ਤਿਆਰੀ ਕਰ ਰਹੇ। ਸੁੰਘ ਕੇ ਬੰਦੇ ਲੱਭਦੇ ਆ ਕਿ ਉਹਨਾਂ ਕੋਲ ਪੈਸੇ ਵੀ ਹੋਣ, ਕੁਛ 4 ਵੋਟਾਂ ਵੀ ਹੋਣ, 2 ਨੰਬਰੀ ਪੈਸੇ ਹੋਣ ਤੇ ਹੋਰ ਵੀ ਚੰਗੀ ਗੱਲ ਆ। ਉਹ ਬੰਦੇ ਲੱਭੋ ਤੇ ਉਹ ਲੱਭ ਕੇ ਖੜੇ ਕਰੋ ਤੇ ਇਹਨਾਂ ਨੂੰ ਭਜਾਓ ਇੱਥੋਂ। ਅੱਜ ਇਹਨਾਂ ਨੇ ਵਾਲ ਪੇਂਟਿੰਗ ਕੀਤੀਆਂ, ਜਿਹੜੇ ਪ੍ਰਧਾਨ ਬਣੇ ਸੀ ਇਹਨਾਂ ਨੂੰ ਦੱਸੋ ਵੀ ਤੁਸੀਂ ਤਾਂ ਖੱਚਰਾਂ ਸੀ, ਤੁਹਾਨੂੰ ਵਰਤਣਾ ਸੀ, ਵਰਤ ਲਿਆ। ਹੁਣ ਘੋੜੇ ਆ ਗਏ ਆ, ਅਸੀਂ ਹੁਣ ਉਹਨਾਂ ਤੇ ਚੜ੍ਹ ਕੇ ਛਾਲਾਂ ਮਾਰਾਂਗੇ। ਸਾਡੀਆਂ ਬੀਬੀਆਂ ਜਿਹੜੀਆਂ ਪੇਂਡੂ ਆ, ਅਨਪੜ੍ਹ, ਖੇਤਾਂ 'ਚ ਕੰਮ ਕਰਦੀਆਂ, ਇਹ ਸਟੱਡੀ ਦੇ ਆਧਾਰ ਤੇ ਮੈਂ ਕਹਿ ਰਿਹਾ ਕਿ ਉਹਨਾਂ ਨੂੰ ਇਹ ਨਹੀਂ ਪਤਾ ਸਾਡੇ ਚੀਫ ਮਿਨਿਸਟਰ ਦਾ ਨਾਂ ਕੀ ਆ। ਐਜ਼ ਪੋਲੀਟੀਸ਼ੀਅਨ, ਇੱਕ ਚੀਫ ਮਿਨਿਸਟਰ ਦੇ ਤੌਰ ਤੇ ਉਹ ਤੇ ਕੇਜਰੀਵਾਲ ਦੇ ਇਸ਼ਾਰੇ ਤੇ ਨੱਚਦਾ, ਉਹ ਡਾਂਸ ਕਰਾਉਂਦਾ। ਜਿਸ ਢੰਗ ਦੇ ਨਾਲ ਇਹ ਕੰਮ ਬੋਲਦਾ ਸਾਡਾ ਸ਼ੋਰ ਪਾ ਰਹੇ ਆ। ਜੇ ਕੰਮ ਬੋਲਦਾ ਹੋਵੇ ਤੇ ਇਹਨਾਂ ਨੂੰ ਤੇ ਮੂੰਹ ਬੰਦ ਰੱਖਣ ਦੀ ਲੋੜ ਆ। ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਨੇ ਦੇਸ਼ ਦੇ ਅੰਦਰ ਧਾਰਮਿਕ ਨਫ਼ਰਤ ਭਰੀ ਆ। ਘੱਟ ਗਿਣਤੀਆਂ ਤੇ ਬਹੁ ਗਿਣਤੀਆਂ ਦੇ ਵਿੱਚ ਆਪਸੀ ਰਿਸ਼ਤਿਆਂ ਨੂੰ ਤਬਾਹ ਕੀਤਾ। ਇਹਨਾਂ ਦੇ ਮੁਕਾਬਲੇ ਅਮਿਤ ਸ਼ਾਹ ਕਿ ਉਹਦਾ ਝੂਠ ਫਿਰ ਵੀ ਲੋਕ ਫੜ ਸਕਦੇ ਆ, ਇਹਦਾ ਝੂਠ ਛੇਤੀ ਫੜਿਆ ਨਹੀਂ ਜਾ ਸਕਦਾ। ਇੱਕਦਮ ਰੰਗ ਬਦਲਦਾ ਜਿਵੇਂ ਛਲੇਡਾ ਬਦਲਦਾ। EV84 ਇੰਡੀਆ ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾ। ਮੌਜੂਦਾ ਸਮੇਂ ਦੇ ਵਿੱਚ ਗੱਲ ਕਰਦੇ ਹਾਂ ਸਿਆਸੀ ਪਿੜ ਦੀ। ਜਿਸ ਤਰੀਕੇ ਦੇ ਨਾਲ ਵੱਖ-ਵੱਖ ਜਿਹੜੀਆਂ ਰਵਾਇਤੀ ਪਾਰਟੀਆਂ ਨੇ, ਜਾਂ ਜਿਹੜੀ ਪੰਜਾਬ ਦੇ ਅੰਦਰ ਇੱਕ ਸੱਤਾ ਧਿਰ ਸੱਤਾ ਦੇ ਵਿੱਚ ਆਈ ਹੈ, ਤਾਂ ਇੱਕ ਦੂਜੇ ਦੇ ਉੱਪਰ ਇਲਜ਼ਾਮ ਤਰਾਸ਼ੀਆਂ ਲਾਈਆਂ ਜਾ ਰਹੀਆਂ ਨੇ। ਵਿਧਾਨ ਸਭਾ ਦਾ ਸੈਸ਼ਨ ਕੁਝ ਦਿਨਾਂ ਦਾ ਖਤਮ ਹੋਇਆ, ਤਾਂ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਪ੍ਰੈਸ ਕਾਨਫਰੰਸ ਕਰਕੇ ਵੱਖ-ਵੱਖ ਤਰੀਕੇ ਦੀਆਂ ਗਤੀਵਿਧੀਆਂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਤੇ ਇੱਕ ਪੰਜਾਬ ਦੇ ਲੋਕਾਂ ਦੇ ਵਿੱਚ ਬਹੁਤ ਵੱਡਾ ਕਹਿ ਸਕਦੇ ਹਾਂ ਕਿ ਭਰਮਜਾਲ ਵੀ ਕੁਝ ਲੋਕਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਚੋਣ ਕੀਤੀ ਸੀ ਉਹਦੀ, ਤਾਂ ਉਹਨਾਂ ਲੋਕਾਂ ਦੀਆਂ ਉਮੀਦਾਂ ਦੇ ਉੱਪਰ ਖਰੀ ਉਤਰਦੀ ਨਜ਼ਰ ਨਹੀਂ ਆ ਰਹੀ। ਤਾਂ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ। ਪੰਜਾਬ ਦੇ ਲੋਕਾਂ ਨੂੰ ਲੈ ਕੇ ਜਿਸ ਪਾਰਟੀ ਨੂੰ ਬਦਲਵਾਂ ਰੂਪ ਮੰਨਿਆ ਜਾ ਰਿਹਾ ਸੀ, ਉਸ ਪਾਰਟੀ ਦੀਆਂ ਪੰਜਾਬ ਦੇ ਲੋਕਾਂ ਦੇ ਪ੍ਰਤੀ ਨੀਤੀਆਂ ਕਿਸ ਤਰੀਕੇ ਦੀਆਂ ਨੇ, ਔਰ ਜਿਹੜਾ ਪੰਜਾਬ ਦਾ ਸਿਆਸੀ ਮੈਦਾਨ ਹੈ ਆਮ ਆਦਮੀ ਪਾਰਟੀ ਦਾ, ਉਸ ਦੇ ਵਿੱਚ ਭਵਿੱਖ ਕਿਸ ਤਰੀਕੇ ਦਾ ਹੋ ਸਕਦਾ ਹੈ। ਪ੍ਰੋਫੈਸਰ ਮਨਜੀਤ ਸਿੰਘ ਸਾਡੇ ਨਾਲ ਨੇ, ਗੱਲਬਾਤ ਕਰ ਲੈਣੇ। ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਜੀ। ਪ੍ਰੋਫੈਸਰ ਸਾਹਿਬ, ਸਭ ਤੋਂ ਵੱਡਾ ਸਵਾਲ ਹੈ, ਪੰਜਾਬ ਦੇ ਲੋਕਾਂ ਦੀ ਗੱਲ ਕਰੀਏ ਤਾਂ ਬਹੁਤ ਵੱਡੀਆਂ ਉਮੀਦਾਂ ਸੀ, ਬਦਲਵਾਂ ਰੂਪ ਮੰਨਿਆ ਜਾ ਰਿਹਾ ਸੀ ਕਿ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਚੁਣੌਤੀਆਂ ਉਹਨਾਂ ਨੂੰ ਹੱਲ ਕੀਤਾ ਜਾ ਸਕਦਾ ਹੈ। ਤਾਂ ਸਭ ਤੋਂ ਪਹਿਲਾਂ ਬਹੁਤ ਵੱਡਾ ਸਵਾਲ ਹੈ ਕਿ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਨੂੰ ਔਰ ਉਹਨਾਂ ਦੇ ਵੱਲੋਂ ਜਿਹੜੀ ਪੰਜਾਬ ਦੇ ਲੋਕਾਂ ਨੂੰ ਲੈ ਕੇ ਸਟ੍ਰੈਟਜੀ ਉਲੀਕੀ ਜਾ ਰਹੀ ਹੈ, ਕਿਵੇਂ ਦੇਖਦੇ ਹੋ ਉਸ ਨੂੰ? ਮੈਨੂੰ ਇਹ ਲੱਗਦਾ ਲੋਕਾਂ ਨੂੰ ਉਮੀਦਾਂ ਨਾਲੋਂ ਉਹਨਾਂ ਦੀਆਂ ਮਜਬੂਰੀਆਂ ਜ਼ਿਆਦਾ। ਉਹ ਇੰਨੇ ਸਤਾਏ ਹੋਏ ਆ ਰਵਾਇਤੀ ਪਾਰਟੀਆਂ ਦੇ, ਬੀਜੇਪੀ, ਕਾਂਗਰਸ, ਅਕਾਲੀ ਦਲ, BSP ਤੇ ਖੈਰ ਕਦੀ ਇੱਥੇ ਵੱਡੀ ਪਾਰਟੀ ਬਣ ਨਹੀਂ ਸਕੀ। ਤਾਂ ਉਹਨਾਂ ਨੂੰ ਲੱਗਦਾ ਸੀਗਾ ਕਿ ਐਤਕੀ ਯਾਰ ਬਦਲ ਕੇ ਦੇਖ ਲਈਏ, ਸ਼ਾਇਦ ਉੱਥੇ ਕੁਝ ਹੋਵੇ। ਇਹ ਨਹੀਂ ਕਿ ਉਹਨਾਂ ਨੂੰ ਕੋਈ ਬਹੁਤਾ ਭਰੋਸਾ ਸੀ ਵੀ ਇਹ ਬਹੁਤ ਕੁਝ ਕਰ ਦੇਣਗੇ। ਅਸੀਂ ਤੇ 8 ਸਾਲ ਤੇ ਸਾਨੂੰ ਹੋ ਗਏ ਆ ਰੌਲਾ ਪਾਉਂਦਿਆਂ ਵੀ ਬਚਿਓ, ਤਿਲਕ ਜਾਓਗੇ, ਡਿੱਗ ਪਓਗੇ, ਗੋਡੇ ਬਣਾ ਲਓਗੇ। ਹੁਣ ਰੋਜ਼ ਤਿਲਕ ਕੇ ਡਿੱਗਦੇ ਆ ਲੋਕ, ਨਾਲੇ ਕੱਪੜੇ ਖਰਾਬ ਹੁੰਦੇ, ਨਾਲੇ ਸੱਟ ਲੱਗਦੀ ਆ। ਇਹ ਰਾਜਨੀਤਿਕ ਤਿਲਕਣਬਾਜ਼ੀ 'ਚ ਆਪਾਂ ਫਸ ਗਏ ਆ। ਤੁਹਾਨੂੰ ਲੱਗਦਾ ਨਹੀਂ? ਮੈਂ ਜਦੋਂ ਐਨਾਲਿਸਿਸ ਕਰਦਾ ਭਾਰਤੀ ਰਾਜਨੀਤੀ ਦਾ, ਵੈਸੇ ਤਾਂ ਸਾਰੀ ਜਗ੍ਹਾ ਹਾਲਤ ਇਹੋ ਜਿਹੀ ਆ ਦੁਨੀਆ 'ਚ, ਪਰ ਇੱਥੇ ਤੇ
ਮੁਕਾਬਲਾ ਸੱਚ ਝੂਠ ਦਾ ਨਹੀਂ, ਇਮਾਨਦਾਰੀ ਤੇ ਗੈਰ ਇਮਾਨਦਾਰੀ ਦਾ ਨਹੀਂ, ਵਿਕਾਸ ਦੇ ਮਾਡਲ ਦਾ ਤੇ ਵਿਨਾਸ਼ ਦੇ ਮਾਡਲ ਦਾ ਨਹੀਂ। ਇੱਥੇ ਤੇ ਕਿਹੜੀ ਪਾਰਟੀ ਝੂਠ ਨੂੰ ਬੜੇ ਵਧੀਆ ਢੰਗ ਦੇ ਨਾਲ, ਇਮਾਨਦਾਰੀ ਦੇ ਢੰਗ ਦੇ ਨਾਲ, ਆਰਾਮ ਨਾਲ ਵੇਚ ਸਕਦੀ ਆ, ਉਹਦੀ ਦੁਕਾਨ ਚੱਲਦੀ ਹੈ। ਬੀਜੇਪੀ ਇਸੇ ਤਰ੍ਹਾਂ ਹੀ ਆਪਣੀ ਸ਼ਕਤੀ 'ਚ ਆਈ, ਧਰਮ ਦਾ ਏਜੰਡਾ ਨਾਲ ਰਲਾ ਲਿਆ, ਉਹ ਤੇ ਹੋਰ ਪੈਟਰੋਲ ਪੈ ਜਾਂਦਾ। ਤੇ ਨਾਲ ਹੀ ਉਹਨਾਂ ਨੇ ਕਿ ਇੰਨੇ ਲੱਖ ਰੁਪਈਆ, ਇੰਨੀਆਂ ਨੌਕਰੀਆਂ, ਇੰਨਾ ਆਹ ਕੁਛ ਕਰਾਂਗੇ, ਵੇਖਿਓ ਤੇ ਸਹੀ ਅਸੀਂ $5 ਟ੍ਰਿਲੀਅਨ ਇਕੋਨਮੀ ਬਣਾ ਦੇਣੀ। ਤੇ ਜਿੱਦਣ ਆਇਆ ਕੋਵਿਡ ਤੇ ਸਾਰਾ ਕੁਝ ਜਲੂਸ ਨਿਕਲ ਗਿਆ, ਲਾਸ਼ਾਂ ਸਾੜਨ ਲਈ ਲੱਕੜਾਂ ਹੀ ਨਹੀਂ ਸੀ ਤੇ ਆਕਸੀਜਨ ਮੁੱਕ ਗਈ। ਇਹ ਆਪਾਂ ਸਾਰਿਆਂ ਨੇ ਅੱਖੀਂ ਦੇਖਿਆ। ਇੰਨੀ ਦੁਰਦਸ਼ਾ ਤੇ ਗਰੀਬ ਦੇਸ਼ 'ਚ ਵੀ ਨਹੀਂ ਹੋਈ ਜਿੰਨੀ ਇਹਨਾਂ ਨੇ ਕੀਤੀ। ਭੁੱਖੇ ਧਿਆਣੇ ਲੱਖਾਂ ਲੋਕ ਪੈਦਲ ਜਾ ਰਹੇ, ਪੈਰਾਂ 'ਚੋਂ ਖੂਨ ਵਗ ਰਿਹਾ। ਇਹ ਇੱਕ ਚਲਾਕੀ ਨਾਲ ਸੱਤਾ ਇੱਕ ਵਾਰੀ ਨਹੀਂ ਲਈ, 2 ਵਾਰੀ ਲਈ ਤੇ ਤੀਜੀ ਵਾਰੀ ਤਿਆਰ ਬੈਠੇ। 2024 ਦੀ ਤਿਆਰੀ ਕਰ ਰਹੇ। ਛੋਟੇ ਰੂਪ 'ਚ ਅਜੇ ਦੇਖੀਏ ਤੇ ਬਿਲਕੁਲ ਮਾਡਲ ਆਮ ਆਦਮੀ ਪਾਰਟੀ ਦਾ ਉਹੋ ਹੀ ਹੈ। ਫਰਕ ਇੰਨਾ ਆ ਕਿ ਉਹ ਸਿੱਧੇ ਤੌਰ ਤੇ ਬੀਜੇਪੀ RSS ਦਾ ਜਿਹੜਾ ਵੱਡਾ ਜਾਲ ਆ ਉਹਨਾਂ ਦੇ ਕੋਲ, ਉਹਦੇ ਤੇ ਰਾਹੀਂ ਪ੍ਰੋਪੇਗੰਡਾ, ਉਹਦੇ ਰਾਹੀਂ ਸੋਸ਼ਲ ਮੀਡੀਆ, ਉਹਦੇ ਰਾਹੀਂ ਉਹ ਇੱਕ ਧਰਾਤਲ ਤੇ ਉੱਪਰ ਨੂੰ ਉੱਠ ਕੇ ਵੋਟਾਂ ਵਿੱਚ ਤਬਦੀਲੀ ਕਰ ਪਾਉਂਦੇ ਆ। ਜਿਹੜੇ ਲੋਕ ਇਲਜ਼ਾਮ ਲਾਉਂਦੇ ਸੀ, ਰਾਜਸੀ ਲੋਕ ਇਲਜ਼ਾਮ ਲਾਉਂਦੇ ਸੀ ਕਿ ਜਿਹੜੀ ਕਹਿ ਸਕਦੇ ਆ ਕਿ ਆਮ ਆਦਮੀ ਪਾਰਟੀ ਹੈ ਉਹ ਵੀ ਭਾਜਪਾ ਦੀ ਬੀ ਟੀਮ ਹੈ, ਤੇ ਕੀ ਮੰਨਿਆ ਇਹ ਇਸ ਗੱਲ ਨੂੰ ਮੰਨਿਆ ਜਾਵੇ ਫਿਰ? ਮੀਡੀਆ ਦੇ ਵਿੱਚ ਇੱਕ ਕਲੀਸ਼ੇ ਟਾਈਪ ਸ਼ਬਦ ਬਣ ਜਾਂਦੇ ਆ। ਮੈਂ ਤੁਹਾਨੂੰ ਉਹ ਗੱਲ ਦੂਜੇ ਢੰਗ ਨਾਲ ਵੀ ਕਹਿ ਰਿਹਾ, ਉਹਦਾ ਮੈਂ ਆਧਾਰ ਵੀ ਦੇ ਰਿਹਾ। ਲੋਕ ਜਿਹੜੀ ਗੱਲ ਤੁਸੀਂ ਕਹਿ ਰਹੇ ਆ ਨਾ ਵੀ ਮੀਡੀਆ ਚੇਂਜ ਮੰਨਿਆ ਜਾਂਦਾ, ਫਿਰ ਹੁਣ ਮੰਨੀਏ ਕਿ ਨਾ ਮੰਨੀਏ, ਇਹ ਆਧਾਰ ਇਸ ਕਰਕੇ ਮੀਡੀਆ ਕਹਿ ਰਿਹਾ ਕਿਉਂਕਿ ਦੋਨਾਂ ਦਾ ਹੀ ਆਧਾਰ ਇੱਕ ਰਾਈਟ ਟਾਈਪ ਪੋਲਿਟਿਕਸ, ਜਿਹਨੂੰ ਇੰਝ ਤੁਸੀਂ ਕਹਿ ਲਓ ਕਿ ਜਿਨ੍ਹਾਂ ਦੀ ਆਈਡੀਆਲੋਜੀ ਦਾ ਕੋਈ ਬਹੁਤਾ ਫਰਕ ਨਹੀਂ। ਉਹ ਵੀ ਭਾਰਤ ਮਾਤਾ ਦੀ ਜੈ, ਇਹ ਵੀ ਭਾਰਤ ਮਾਤਾ ਦੀ ਜੈ, ਇਹ ਵੀ ਵੰਦੇ ਮਾਤਰਮ, ਉਹ ਵੀ ਵੰਦੇ ਮਾਤਰਮ। ਇੰਨਾ ਹੀ ਫਰਕ ਹੈ ਕਿ ਉਹ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਜਾਂ ਉਹਦੇ ਸ਼ਹੀਦੀ ਦਿਵਸ ਨੂੰ ABVP ਬੱਚੇ ਸਾਰੇ ਮਨਾਉਂਦੇ ਆ, ਗੱਲ ਲਾਉਂਦੇ ਆ। ਤੁਸੀਂ ਇਹ ਦੇਖੋ, BJP ਕਰਦੀ ਆ, RSS ਕਰਦੀ, ਉਹ ਕਹਿੰਦੇ ਸਾਡਾ ਸ਼ਹੀਦ ਆ, ਦੇਸ਼ ਦਾ ਸ਼ਹੀਦ ਆ। ਤੇ ਸਿੱਖਾਂ ਨੂੰ ਤੇ ਉਹ ਹਿੰਦੂ ਵੀ ਮੰਨਦੇ, ਉਹਨਾਂ ਦੇ ਤਰੀਕੇ ਆਪਣੇ। ਇਹ ਵੀ ਇਨਕਲਾਬ ਜਿੰਦਾਬਾਦ ਵਿੱਚ ਉਹ ਕਰੀ ਜਾਂਦੇ ਆ। ਫਰਕ ਨੂੰ ਲੈ ਕੇ ਬੀਜੇਪੀ ਦੀ ਕੀ ਨੀਤੀ? ਉਹ ਵੀ ਕਰ ਰਹੇ ਆ, ਇਹ ਵੀ ਕਰ ਰਹੇ ਆ, ਦੋਵਾਂ ਦੀ ਇੱਕੋ ਹੀ ਨੀਤੀ ਹੈ। ਇਸ ਲਈ ਇਹਨਾਂ ਨੇ ਇੱਕ ਥੋੜਾ ਜਿਹਾ ਪੰਜਾਬ ਦੇ ਵਿੱਚ ਐਂਟਰੀ ਮਾਰਨ ਲਈ ਭਗਤ ਸਿੰਘ ਨੂੰ ਥੋੜਾ ਫਰੰਟ ਤੇ ਰੱਖ ਲਿਆ, ਉਹਨਾਂ ਦਾ ਥੋੜਾ ਪਿੱਛੇ ਫੋਟੋ ਪਈ ਹੈ, ਇਹਨਾਂ ਨੇ ਅੱਗੇ ਲਾ ਕੇ ਜੀਪ ਦੇ ਚੱਲ ਪਏ। ਇੰਨਾ ਹੀ ਫਰਕ ਆ। ਕਿਹੜਾ ਨਹੀਂ ਜਾਣਦਾ ਕਿ ਇਹ ਉਸੇ ਹੀ ਮੂਵਮੈਂਟ ਚੋਂ ਨਿਕਲ ਕੇ ਆਏ ਆ ਜਿਹੜੀ ਅੰਨਾ ਹਜ਼ਾਰੇ ਦੀ ਸੀ। ਅੰਨਾ ਹਜ਼ਾਰੇ ਦੀ ਮੂਵਮੈਂਟ ਸੀ ਇੰਡੀਆ ਅਗੇਂਸਟ ਕਰਪਸ਼ਨ। ਉਸ ਨੂੰ ਲਿਆਂਦਾ ਗਿਆ ਸੀ, BJP RSS ਵੱਲੋਂ ਹੀ ਲਿਆਂਦਾ ਗਿਆ ਸੀ ਅੰਨਾ ਹਜ਼ਾਰੇ ਨੂੰ। ਉਹਦੇ 'ਚ ਇਹਨਾਂ ਨੂੰ ਵੀ ਇਹ ਵੀ ਆਣ ਬੜੇ ਜਾਂ ਲੈਣ ਦਾ ਇਹਨਾਂ ਨੂੰ ਕਿਸੇ ਤਰੀਕੇ ਨਾਲ, ਜਿਹੜੇ ਸਭ ਤੋਂ ਵਧੀਆ ਬੰਦੇ ਸੀ, ਸਭ ਤੋਂ ਪਹਿਲਾਂ ਲੱਤ ਮਾਰ ਕੇ ਬਾਹਰ ਕੱਢਿਆ ਤੇ ਆਪ ਸੱਤਾ ਤੇ ਕਬਜ਼ਾ ਕੀਤਾ। ਅੱਜ ਦੀ ਤਰੀਕ 'ਚ ਜਿਹੜਾ ਇਹਨਾਂ ਦਾ ਤਰੀਕਾ ਹੈ ਕੰਮ ਕਰਨ ਦਾ, ਮੈਨੂੰ ਤਾਂ ਲੱਗਦਾ ਕਿ ਛੋਟੇ ਲੈਵਲ ਤੇ ਇਹ ਅਜੇ ਉਹ ਜੇ BJP ਹੋਲਸੇਲ ਦੇ ਤਰੀਕੇ ਨਾਲ ਕਰਪਸ਼ਨ ਵੱਡੇ ਪੱਧਰ ਤੇ, ਜਿਵੇਂ ਡਿਪਾਰਟਮੈਂਟਲ ਸਟੋਰ ਤੇ ਛੋਟੀ ਦੁਕਾਨ ਦਾ ਕੀ ਫਰਕ ਹੁੰਦਾ, ਉਹੋ ਹੀ ਹੈ। BJP ਲਾਰਜ ਸਕੇਲ ਤੇ ਕਰ ਰਹੀ। ਇਹ ਉਹਨਾਂ ਨੂੰ ਦੋਸ਼ ਦੇ ਰਹੇ ਆ। ਦੇਖੋ ਇਹ ਕੀ ਦੋਸ਼ ਦੇ ਰਹੇ ਆ ਕਿ ਦੇਖੋ ਜੀ ਖਾ ਗਏ ਕਾਰਪੋਰੇਟਾਂ ਦਾ 11 ਲੱਖ ਕਰੋੜ ਰੁਪਈਆ ਮਾਫ ਕਰਤਾ, ਕਿੱਡੀ ਵੱਡੀ ਕਰਪਸ਼ਨ ਆ। ਉਹ ਪੈਸਾ ਇਹਨਾਂ ਕੋਲ ਵਾਪਸ ਆਉਂਦਾ, ਉਹਨਾਂ 'ਚੋਂ ਕੁਝ ਹਿੱਸੇ ਪੱਤੀ ਪਾਰਟੀ ਦੇ ਹੋਏਗੀ, ਉਹ ਚੋਣਾਂ 'ਚ ਉਤਰਦੇ। ਇਹ ਆਮ ਆਦਮੀ ਪਾਰਟੀ BJP ਦੇ ਦੋਸ਼ ਲਾ ਰਹੀ। ਇਹ ਦੋਸ਼ ਇਹਨਾਂ ਦੇ ਵੀ ਆ। ਆ ਤੁਸੀਂ ਸਿਰਸਾ ਦਾ ਪੜ੍ਹ ਹੀ ਲਿਆ, ਕੱਲ੍ਹ ਤੱਕ ਅਕਾਲੀਆਂ ਦਾ ਸੀ, ਅੱਜ ਉਹ BJP 'ਚ ਜਾ ਵੜਿਆ। ਪਰ 3229 ਕਰੋੜ ਦਾ ਬਿਜਲੀ ਦਾ ਰਾਹਤ ਦੇ ਕੇ ਉਹਦੇ 'ਚੋਂ ਕੀ ਲਿਆ? ਆਬਕਾਰੀ ਪਾਲਿਸੀ ਦਿੱਲੀ ਦੀ ਜਿਹੜੀ ਸ਼ਰਾਬ ਦੀ ਸੀਗੀ, ਉਹਦੇ 'ਚ ਦੋਸ਼ ਇਹ ਲੱਗ ਰਹੇ ਕਿ 6% ਉੱਥੇ ਵੀ ਲਿਆ, ਕਿਉਂਕਿ ਉਹ ਮੋਨੋਪੋਲਿਸਟਾਂ ਨੂੰ, ਬੰਦਿਆਂ ਨੂੰ ਹੋਲਸੇਲ ਦੇ ਠੇਕੇ ਦੇ ਦਿੱਤੇ। ਉਹੀ ਬੰਦੇ ਜਿੱਥੇ ਉੱਥੇ ਦੇ ਆਬਕਾਰੀ ਪਾਲਿਸੀ ਵਾਪਸ ਲੈ ਲਈ, ਉਹੀ ਪਾਲਿਸੀ ਇੱਥੇ ਅਜੇ ਵੀ ਲਾਗੂ ਹੈ। ਤੇ ਇੱਥੇ ਵੀ ਦੇਖਿਓ ਭਾਂਡਾ ਫੁੱਟਣ ਵਾਲਾ। ਕਹਿਣ ਦਾ ਮੇਰਾ ਭਾਵ ਇਹ ਹੈ ਕਿ ਇਹ ਛੋਟੇ ਪੱਧਰ ਤੇ ਉਹੋ ਹੀ ਕੁਝ ਸਰਕਾਰੀ ਖਜ਼ਾਨੇ ਨੂੰ ਚੂਨਾ ਲਾ ਕੇ ਕਾਰਪੋਰੇਟਾਂ ਦੀ ਮਦਦ ਕਰਕੇ, ਉਹ ਵੀ ਸ਼ਰਾਬ ਮਹੱਦੇ ਕਾਰਪੋਰੇਟਾਂ ਦੀ ਮਦਦ ਕਰਕੇ, ਉਹਦੇ 'ਚੋਂ ਹਿੱਸਾ ਪੱਤੀ ਲੈ ਕੇ ਪਾਰਟੀ ਕਿਵੇਂ ਚਲਾਉਣੀ ਤੇ ਆਪਣੀ ਪੋਲਿਟਿਕਸ ਨੂੰ ਅੱਗੇ ਕਿਵੇਂ ਤੋਰਨਾ, ਇਹ ਤਾਂ ਸਾਨੂੰ ਦਿਖ ਰਿਹਾ ਨਾ, ਹੁਣ ਸਾਡੇ ਸਾਹਮਣੇ ਦਿਖ ਰਿਹਾ ਨਾ। ਕਹਿਣਾ ਇਹ ਹੈ ਉੱਪਰੋਂ, ਤਾਂਹੀਓ ਮੈਂ ਸ਼ੁਰੂ 'ਚ ਹੀ ਕਹਿ ਤਾ ਸੀ ਵੀ ਜਿਹੜਾ ਝੂਠ ਨੂੰ ਕਿੰਨੇ ਵਧੀਆ ਢੰਗ ਦੇ ਨਾਲ
ਵੇਚ ਸਕਦਾ, ਉਹੀ ਹੀ ਕਾਮਯਾਬ ਪੋਲੀਟੀਸ਼ੀਅਨ ਹੈ। ਕਹਿਣਾ ਕੀ ਆ, ਮੈਂ ਤੇ ਸਿਹਤ ਠੀਕ ਕਰਵਾ ਦੇਣੀ, ਮੈਂ ਤੇ ਸਿੱਖਿਆ ਠੀਕ ਕਰਵਾ ਦੇਣੀ ਆ, ਮੈਂ ਤੇ ਇੱਥੇ ਨੌਜਵਾਨਾਂ ਨੂੰ ਨੌਕਰੀਆਂ ਦੇ ਦੇਣੀਆਂ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਦੇਣਾ। ਸਾਰੇ ਟੈਂਕੀਆਂ ਤੇ ਚੜੇ ਫਿਰੇ, ਅੱਜ ਫੇਰ ਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜੇ ਹੋਏ ਆ। ਹਾਲਤ ਇਹ ਹੈ ਕਿ ਇੱਕ ਮੂਸੇਵਾਲੇ ਦਾ ਚੈਲੰਜ ਇਹਨਾਂ ਨੂੰ ਪਿਆ, ਸਿੱਧੂ ਮੂਸੇਵਾਲੇ ਦਾ। ਉਹ ਵੱਡੀ ਚੁਣੌਤੀ ਸੀ। ਅਚਾਨਕ ਮਰਡਰ ਹੋਇਆ, ਇਹਨਾਂ ਦੀਆਂ ਬੇਕਰਤੂਤੀਆਂ ਕਰਕੇ ਹੋਇਆ। ਫੱਟ ਦੇਣੀ ਮੀਡੀਆ ਦੇ ਉੱਤੇ ਪਾਤਾ, ਇਹਨਾਂ ਨੇ ਨੈੱਟ ਤੇ ਪਾਤਾ ਵੀ ਸਿਕਿਉਰਿਟੀ ਹੈ ਨਹੀਂ, ਆ ਜਾਓ ਜਿਹਨੇ ਜੱਫਾ ਪਾਉਣਾ ਪਾ ਲਓ। ਉਹ ਹੋ ਗਿਆ। ਪਰ ਚਲੋ ਉਹ ਹੋਇਆ, ਇਨਵੈਸਟੀਗੇਸ਼ਨ, ਮਾਂ-ਬਾਪ ਦੀ ਟ੍ਰੈਜਡੀ ਆ, ਸਾਰੇ ਲੱਗੇ, ਕਿੱਡਾ ਯੂਥ ਵੱਡੇ ਪੱਧਰ ਤੇ ਉਹਦੇ ਪਿੱਛੇ। ਪ੍ਰੋਫੈਸਰ ਸਾਹਿਬ, ਇਹਦੇ ਵਿੱਚ ਇਹ ਵੀ ਗੱਲ ਹੈ, ਕਹਿੰਦੇ ਕਿ ਜਿੰਨੇ ਸਿਕਿਉਰਿਟੀ ਲੀਕ ਹੋਣ ਦੇ ਡਾਕੂਮੈਂਟ ਵਾਇਰਲ ਕੀਤੇ ਸੋਸ਼ਲ ਮੀਡੀਆ ਦੇ ਉੱਪਰ, ਚਾਹੇ ਉਹ ਇਹਨਾਂ ਦੇ ਚਹੇਤੇ ਬਣ ਗਏ, ਚਾਹੇ ਉਹ ਕਿਸੇ ਸਮੇਂ ਲੋਕਤੰਤਰ ਚੌਥਾ ਥਾਂ ਮੀਡੀਆ ਦੇ ਵਿੱਚ ਵੀ ਰਹੇ, ਪਰ ਕਹਿੰਦੇ ਕਿ ਉਹਨਾਂ ਦੇ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਹੈ। ਫਿਰ ਬੀਜੇਪੀ ਉਹਨਾਂ ਦੇ ਉੱਪਰ ਕਾਰਵਾਈ ਕਰਵਾ ਦੇ ਨਾ, ਬੀਜੇਪੀ ਤੇ ਕਰਵਾਏ ਜਾਂ ਨਾ ਕਰਵਾਏ, ਕੀਤੇ ਤੇ ਇਹਨਾਂ ਦੇ ਬੰਦਿਆਂ ਨੇ ਆ, ਇੱਥੋਂ ਗਏ ਆ ਸਾਰਾ ਕੁਝ। ਇਹ ਕਿਉਂ ਨਹੀਂ ਕਰਦੇ, ਇਹ ਕਿਉਂ ਨਹੀਂ ਲਿਖਦੇ? ਜੇ ਬੀਜੇਪੀ ਨਹੀਂ ਕਰਦੀ ਤੇ ਸਾਡੀ ਪੰਜਾਬ ਸਰਕਾਰ ਕਿਉਂ ਨਹੀਂ ਅੱਗੇ ਆਉਂਦੀ ਪਈ? ਕਹਿਣ ਦਾ ਮਤਲਬ ਕਿ ਇਹ ਚੁਣੌਤੀ ਤੇ ਪੰਜਾਬ ਸਰਕਾਰ ਨੂੰ ਹਨ, ਤੇ ਦੋਸ਼ ਪੰਜਾਬ ਸਰਕਾਰ ਤੇ ਲੱਗ ਰਿਹਾ ਵਿਰੋਧੀ ਪਾਰਟੀਆਂ ਵੱਲੋਂ ਵੀ ਇਹਨਾਂ ਨੇ ਭਜਾਇਆ। ਔਰ ਜੇ ਉਹ ਬੰਦਾ ਸੈਂਟਰ ਦੇ ਪ੍ਰੀਵਿਊ 'ਚ ਆ ਰਹੇ ਆ, ਜਿਹੜੇ ਬੰਦੇ ਜਿਨ੍ਹਾਂ ਨੇ ਲੀਕ ਕੀਤੀ ਸਾਰੀ ਇਨਫੋਰਮੇਸ਼ਨ, ਤੇ ਇਹ ਸਰਕਾਰ ਨੂੰ ਕਹਿਣਾ ਸੈਂਟਰ ਨੂੰ, ਨਹੀਂ ਤੇ ਇਹ ਜ਼ਿੰਮੇਵਾਰ ਆ। ਇਹਦਾ ਮਤਲਬ ਇਹਨਾਂ ਦੇ ਬੰਦਿਆਂ ਨੇ ਕੀਤਾ। ਅੱਜ ਦੀ ਤਰੀਕ 'ਚ ਸੈਂਟਰ ਦਾ ਕਿੱਥੇ ਹੱਦ ਤੱਕ ਕਬਜ਼ਾ, ਉਹਨਾਂ ਨੂੰ ਕਿਸੇ ਪੰਜਾਬੀ ਤੇ ਭਰੋਸਾ ਨਹੀਂ ਹੈ ਕਦੀ ਵੀ। ਕੇਜਰੀਵਾਲ ਨੂੰ ਆ ਬੰਦੇ ਸੋਸ਼ਲ ਮੀਡੀਆ ਤੇ ਦਿੱਲੀ ਤੋਂ ਲਿਆ ਕੇ ਬਿਠਾਏ ਹੋਏ ਆਪਣੇ ਚਹੇਤੇ, ਤੇ ਜਿਸ ਦਿਨ ਚੋਣਾਂ ਹੁੰਦੀਆਂ ਪਹਿਲਾਂ 6 ਮਹੀਨੇ ਪਹਿਲਾਂ 2 ਦਰਜਨ ਬੰਦੇ ਉਹਨਾਂ ਦੇ ਖਾਸਮ ਖਾਸ, ਜਿਹੜੇ ਦਿੱਲੀੋਂ ਕੰਟਰੋਲ ਹੁੰਦੇ, ਆ ਕੇ ਪੰਜਾਬ 'ਚ ਬੈਠ ਜਾਂਦੇ ਆ। 24 ਸਾਡੇ ਜ਼ਿਲ੍ਹੇ ਆ, ਕੱਲੇ ਕੱਲੇ ਜ਼ਿਲ੍ਹੇ ਦਾ ਸਰਵੇ ਲੈ ਕੇ, ਜਿਹੜੇ ਜਿਨ੍ਹਾਂ ਨੂੰ ਇੱਥੇ ਪ੍ਰਧਾਨਗੀ ਦੀਆਂ ਫੀਤੀਆਂ ਲਾਈਆਂ ਨੇ, ਉਹ ਕਹਿੰਦੇ ਇੱਥੇ ਆ ਬੈਠ, ਥੱਲੇ ਬੈਠ, ਮੈਂ ਆਇਆ ਦਿੱਲੀੋਂ, ਮੈਂ ਗਵਰਨਰ ਆ, ਤੂੰ ਕੌਣ ਆ? ਤੂੰ ਵੱਡਾ ਪ੍ਰਧਾਨ ਹੋਏਗਾ, ਜਾ ਕੇ ਵਾਲ ਪੇਂਟਿੰਗ ਕਰ, ਇੰਨੀਆਂ ਫਲੈਕਸਾਂ ਲਾ, ਇੰਨੇ ਪੋਸਟਰ ਲਾ, ਔਰ ਫੋਟੋ ਭੇਜ ਮੈਨੂੰ। ਜੇ ਮੀਟਿੰਗ ਕਰਨੀ ਆ ਤਾਂ ਉਹਦਾ ਲਾਈਵ ਕਰੀ, ਮੈਨੂੰ ਦੱਸੀ, ਸ਼ਾਮ ਨੂੰ ਵੀਡੀਓ ਭੇਜੀ। ਉਹ ਜਿਹੜੇ ਜਰਨੈਲ ਉੱਥੋਂ ਆਉਂਦੇ ਆ 22 23 24 ਜਿਹੜੇ ਇਕੱਠੇ ਹੋ ਕੇ, ਉਹ ਇਹਨਾਂ ਨੂੰ ਇੱਥੇ ਘਸਿਆਰਿਆਂ ਵਾਂਗੂ ਕੰਮ ਲੈਂਦੇ ਆ। ਕਹਿੰਦੇ ਕੀ ਆ, ਯਾਰ ਟਿਕਟ ਤੇ ਤੁਹਾਨੂੰ ਹੀ ਦੇਣੀ ਆ, ਤੁਸੀਂ ਕੀ ਕਰਦੇ ਆ? ਕੰਮ ਕਰੋ, ਡਟ ਕੇ ਕੰਮ ਕਰੋ, ਡਟ ਕੇ ਕੰਮ ਕਰੋ। ਐਨ ਜਦੋਂ ਫਸਲ ਪੱਕ ਜਾਂਦੀ ਹੈ ਤੇ ਹੋਰ 200 250 ਬੰਦਾ ਦਿੱਲੀੋਂ ਉਦੋਂ ਤੱਕ ਆ ਜਾਂਦਾ। ਉਹ ਕੱਲੇ ਕੱਲੇ ਨੂੰ ਸਕੈਨ ਸੁੰਘ ਕੇ, ਜਿਵੇਂ ਉਹ ਕਮਾਦੋਂ ਖੰਡੀ ਕੁੱਤੀ ਲੱਭਦੀ ਆ ਸ਼ਿਕਾਰ, ਇੰਜ ਲੱਭ ਕੇ ਉਹ ਬੰਦਾ ਵੀ ਕਿਹੜਾ ਬੰਦਾ ਹੁਣ ਇੱਥੇ ਚੀਫ ਮਿਨਿਸਟਰ ਦਾ ਹੋਵੇ, ਕਿਹੜਾ ਬੰਦਾ ਫਲਾਨਾ ਹੋਵੇ, ਉਹ ਸੁੰਘ ਕੇ ਬੰਦੇ ਲੱਭਦੇ ਆ ਕਿ ਉਹਨਾਂ ਕੋਲ ਪੈਸੇ ਵੀ ਹੋਣ, ਕੁਛ 4 ਵੋਟਾਂ ਵੀ ਹੋਣ, 2 ਨੰਬਰੀ ਪੈਸੇ ਹੋਣ ਤੇ ਹੋਰ ਵੀ ਚੰਗੀ ਗੱਲ ਆ। ਉਹ ਬੰਦੇ ਲੱਭੋ ਤੇ ਉਹ ਲੱਭ ਕੇ ਖੜੇ ਕਰੋ ਤੇ ਇਹਨਾਂ ਨੂੰ ਭਜਾਓ ਇੱਥੋਂ। ਅੱਜ ਇਹਨਾਂ ਨੇ ਵਾਲ ਪੇਂਟਿੰਗ ਕੀਤੀਆਂ, ਜਿਹੜੇ ਪ੍ਰਧਾਨ ਬਣੇ ਸੀ, ਇਹਨਾਂ ਨੂੰ ਦੱਸੋ ਵੀ ਤੁਸੀਂ ਤਾਂ ਖੱਚਰਾਂ ਸੀ, ਤੁਹਾਨੂੰ ਵਰਤਣਾ ਸੀ, ਵਰਤ ਲਿਆ, ਹੁਣ ਘੋੜੇ ਆ ਗਏ ਆ, ਅਸੀਂ ਹੁਣ ਉਹਨਾਂ ਤੇ ਚੜ੍ਹ ਕੇ ਛਾਲਾਂ ਮਾਰਾਂਗੇ। ਸੀਐਮ ਮਾਨ ਸਾਹਿਬ ਦੇ ਉੱਪਰ ਦੋਸ਼ ਲੱਗਦੇ। ਲੋਕ ਕਹਿੰਦੇ ਕਿ ਮਾਨ ਸਾਹਿਬ ਨੇ ਆਪਣੀ ਸਰਕਾਰ ਨੂੰ ਹਾਈਲਾਈਟ ਵਿੱਚ ਲਿਆਉਣ ਵਾਸਤੇ, ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਸਿਹਤ ਮੰਤਰੀ ਸਿੰਗਲਾ ਨੂੰ ਜਿਹੜਾ ਸੀ ਬਲੀ ਦਾ ਬੱਕਰਾ ਬਣਾ ਦਿੱਤਾ, ਤੇ ਫੌਜਾ ਸਿੰਘ ਸਰਾਰੀ ਦੇ ਉੱਪਰ ਕੋਈ ਕਾਰਵਾਈ ਨਹੀਂ। ਉਹਨਾਂ ਦੀ ਆਡੀਓ ਵਾਇਰਲ ਹੋਈ, ਕਹਿੰਦੇ ਕਿ ਸਿਹਤ ਮੰਤਰੀ ਦੇ ਖਿਲਾਫ ਕੋਈ ਸਬੂਤ ਨਹੀਂ ਪੇਸ਼ ਕਰ ਸਕੇ, ਪਰ ਫੌਜਾ ਸਿੰਘ ਸਰਾਰੀ ਦੇ ਉੱਪਰ ਕਾਰਵਾਈ ਕਿਉਂ ਨਹੀਂ? ਇਹ ਮੈਨੂੰ ਲੱਗਦਾ ਮਾਨ ਨੂੰ ਕੌਣ ਪੁੱਛਦਾ ਆ। ਮਾਨ ਦਾ ਦੇਖੋ ਅਕਸ ਵੀ ਇਹੋ ਜਿਹਾ ਹੀ ਆ ਕਿ ਉਹ ਇੱਕ ਕਮੇਡੀਅਨ ਆ, ਚੰਗਾ ਆਰਟਿਸਟ ਆ, ਕਲਾਕਾਰ ਆ। ਮੈਂ ਇਸ ਗੱਲੋਂ ਉਹਦੀ ਇੱਜ਼ਤ ਵੀ ਕਰਦਾ, ਸਾਨੂੰ ਉਹ ਚੰਗਾ ਵੀ ਲੱਗਦਾ। ਪਰ ਐਜ਼ ਪੋਲੀਟੀਸ਼ੀਅਨ, ਇੱਕ ਚੀਫ ਮਿਨਿਸਟਰ ਦੇ ਤੌਰ ਤੇ ਉਹ ਤੇ ਕੇਜਰੀਵਾਲ ਦੇ ਇਸ਼ਾਰੇ ਤੇ ਨੱਚਦਾ, ਉਹ ਡਾਂਸ ਕਰਾਉਂਦਾ। ਹੁਣ ਇੱਥੇ ਹਾਲਾਤ ਕੀ ਬਣੇ ਆ, ਉਹ ਬੰਦਾ ਭਜਾਤਾ। ਇਹ ਉੱਥੇ ਜਾ ਕੇ ਆ, ਹੁਣੇ ਹੀ ਮੈਂ ਪ੍ਰਤਾਪ ਬਾਜਵੇ ਨੂੰ ਸੁਣ ਰਿਹਾ ਸੀ, ਕਹਿੰਦਾ ਹਾਲਾਤ ਇੱਥੇ ਇਹ ਬਣੇ ਆ ਕਿ ਪਤਾ ਹੀ ਨਹੀਂ ਲੱਗਦਾ। ਪੁਲਿਸ ਹੀ ਜਿਵੇਂ ਸਾਰੇ ਗੈਂਗਸਟਰਾਂ ਨਾਲ ਰਲੀ ਹੋਵੇ, ਤੇ ਪੁਲਿਸ ਵੀ ਇੱਕ, ਜਾਣੀ ਮੈਨੂੰ ਵੀ ਇਹ ਲੱਗਦਾ ਆ ਕਿ ਪੁਲਿਸ ਜਿਵੇਂ ਇੱਕ ਆਰਗੇਨਾਈਜ਼ਡ ਗੈਂਗਸਟਰ ਹੀ ਹੋਣ। ਨਹੀਂ ਤੇ ਇੰਨਾ ਘਿਓ ਖਿਚੜੀ, ਇੰਨਾ ਗੈਂਗਸਟਰਾਂ ਦੇ ਨਾਲ ਅੰਦਰੋਂ ਫੋਨ ਜਾ ਰਹੇ ਆ। ਆ ਜਿਹੜਾ ਮੁੰਡਾ ਦੀਪਕ ਟੀਨੂ ਭੱਜਿਆ, ਉਹ ਵੀਡੀਓ ਭੇਜ ਰਿਹਾ, ਗਰਲਫਰੈਂਡਾਂ ਨਾਲ ਗੱਲ ਹੋ ਰਹੀ ਆ, ਮੁਲਾਕਾਤਾਂ ਹੋ ਰਹੀਆਂ। ਇਹ ਵਿਆਹ ਤੇ ਆਇਆ ਹੈ ਕਿ ਇੱਥੇ ਗੈਂਗਸਟਰ ਹੈਗੇ ਆ? ਮੈਨੂੰ ਇਹ ਦੱਸੋ। ਤੇ ਉਹ ਉਹਨਾਂ ਨੂੰ ਨਾਲ ਪ੍ਰੋਟੈਕਸ਼ਨ ਦੇ ਕੇ, ਮੈਂ ਤੇ ਸਗੋਂ ਮਜ਼ਾਕ 'ਚ ਕਹਿਣਾ ਵੀ ਉਹਨੂੰ ਇਕੱਲੇ ਨੂੰ ਵਿਚਾਰੇ ਨੂੰ ਕਾਹਨੂੰ ਛੱਡਤਾ ਸੀ ਉੱਥੇ ਰਾਤ ਨੂੰ? ਨਾਲ ਗਾਰਡ ਦਿੰਦੇ, ਰਾਜਸਥਾਨ ਪਹੁੰਚਾ ਕੇ ਸੇਫਲੀ ਆਉਂਦੇ ਉਹਨੂੰ ਵੀ ਜਾ ਹੁਣ ਤੂੰ ਜਿੱਧਰ ਨੂੰ ਮਰਜ਼ੀ ਜਾ, ਅਸੀਂ ਤੈਨੂੰ ਪੰਜਾਬ ਦੀ ਜੂਹ 'ਚੋਂ ਬਾਹਰ ਕੱਢਤਾ, ਬਾਅਦ 'ਚ ਅਸੀਂ ਡਰਾਮਾ ਕਰਾਂਗੇ, ਉੱਥੇ ਨਾਕਾ ਲਾਇਆ, ਉੱਥੇ ਨਾਕਾ ਲਾਇਆ, ਫੜ ਗਏ ਆ, ਗੰਨੇ 'ਚ ਲੱਭੀ ਜਾਣਗੇ, ਉਹ ਚਲੇ ਗਿਆ ਉਹ ਰਾਜਸਥਾਨ। ਇਸ ਕਿਸਮ ਦੀ ਹਾਲਤ ਬਣੀ ਹੈ ਹਾਸੋਹੀਣੀ, ਕਿ ਜਿਵੇਂ
ਸਰਕਾਰ ਹੋਵੇ ਹੀ ਨਾ, ਇੰਝ ਲੱਗਦਾ ਮੈਨੂੰ। ਲੱਗਦਾ ਸੱਤਾ ਸਰਕਾਰ ਕੋਲ ਨਹੀਂ। ਜਿਹੜੀ ਇੱਕ ਗੱਲ ਮੰਨੋ, ਰਾਜਾ ਹੋਵੇ ਜਾਂ ਕੋਈ ਸਰਕਾਰ ਹੋਵੇ, ਚੁਣੀ ਹੋਈ ਸਰਕਾਰ, ਲੋਕਾਂ ਦਾ ਇੱਕ ਭਰਮ ਭਾਅ ਹੁੰਦਾ, ਭਰੋਸਾ ਹੁੰਦਾ, ਕੋਈ ਗੱਲ ਨਹੀਂ, ਆਪਣਾ ਬੰਦਾ ਚੀਫ ਮਿਨਿਸਟਰ ਆ, ਕੋਈ ਗੱਲ ਉਹ ਜਾ ਕੇ ਮੇਰੇ ਗਵਾਂਢ 'ਚ ਆਪਾਂ ਚਲੋ ਗੱਡੀ 'ਚ ਬੈਠੋ, ਆਪਾਂ ਮਿਨਿਸਟਰ ਸਾਹਿਬ ਨੂੰ ਗੱਲ ਕਰਨੀ ਆ, ਸ਼ਾਮ ਨੂੰ ਤੁਹਾਡਾ ਕੰਮ ਕਰਾ ਦਾਂਗੇ। ਤੇ ਜੇ ਉੱਥੇ ਅੱਲੇ ਪੱਲੇ ਕੁਛ ਹੋਈ ਨਾ ਕਿਸੇ ਦਾ, ਤੇ ਲੋਕ ਚਾਰ ਕੁ ਗੇੜੇ ਮਾਰਨਗੇ, ਉਹ ਉਦੋਂ ਬਾਅਦ ਕਹਿਣਗੇ ਉਹ ਉੱਥੇ ਕੱਖ ਨਹੀਂ ਹੈ, ਅਸੀਂ ਤੇ ਪੁਲਿਸ ਨੂੰ 4 ਪੈਸੇ ਦੇ ਕੇ ਜੋ ਕਰਾਉਣਾ ਕਰਾ ਲਓ, ਜਾਂ SDM ਨੂੰ ਦੇ ਦਿਓ, ਜਿਹਦਾ ਵੀ ਜਿੱਥੇ ਵੀ ਜਿੱਥੋਂ ਜੋ ਵੀ ਲੱਗਦਾ, ਜੋ ਪਹਿਲਾਂ ਕੰਮ ਸੀ। ਇਸ ਵੇਲੇ ਉਹ ਹਾਲਤ ਬਣੀ। ਹਾਲਤ ਇਹ ਹੈ ਕਿ ਇਹਨਾਂ ਕੋਲ ਸ਼ਕਤੀ ਹੈ ਹੀ ਨਹੀਂ ਜੋ ਕਿ ਇੱਕ ਸਰਕਾਰ ਕੋਲ ਹੁੰਦੀ। ਇਹ ਤੇ ਐਵੇਂ ਤੁਰੇ ਫਿਰਦੇ ਆ। ਕਹਿੰਦੇ ਪੰਜਾਬ ਰੰਗਲਾ ਬਣਾਉਣਾ ਸੀ, ਰੰਗਲਾ ਪੰਜਾਬ ਬਣਾਉਣ ਤੋਂ ਬਾਅਦ ਹੁਣ ਕਹਿੰਦੇ ਗੁਜਰਾਤ ਵੱਲ ਨੂੰ ਜਿਹੜੇ 92 ਦੇ 92 ਨੇ ਉਹਨਾਂ ਨੇ ਤਿਆਰੀਆਂ ਖਿੱਚ ਲਈਆਂ ਵੀ ਉਧਰ ਜਾਣਾ, ਹੁਣ ਗੁਜਰਾਤ ਦੀ ਭੁਗਤ ਸਵਾਰਨੀ। ਆਹ ਰੰਗਲੇ ਦਾ ਮਤਲਬ ਵੀ ਇਹਨਾਂ ਨੇ ਭੰਗੜੇ ਪਾਉਣੇ ਆ। ਹੁਣ ਰੰਗਲਾ ਤੇ ਬਣ ਹੀ ਗਿਆ। ਜਦ ਪਹਿਲਾਂ ਤੇ ਵੱਡੇ ਵੱਡੇ ਪੋਸਟਰ ਕੱਢੇ ਇਹਨਾਂ ਨੇ, ਉਹ ਪੋਸਟਰਾਂ ਦੇ ਵਿੱਚ ਆ ਜਿਹੜੀ ਇਸ਼ਤਿਹਾਰ ਅਖਬਾਰਾਂ 'ਚ, ਟੀਵੀਆਂ 'ਚ ਸਾਰਾ ਕੁਝ ਆਉਂਦਾ। ਪੋਸਟਰ ਦਾ ਮਤਲਬ ਉਹ ਇਸ਼ਤਿਹਾਰ। ਉਹ ਇਸ਼ਤਿਹਾਰਬਾਜ਼ੀ ਪਹਿਲਾਂ 1.5 ਤੋਂ 2 ਕਰੋੜ ਦੀ ਰੋਜ਼ ਚੱਲ ਰਹੀ। ਉਹ ਮੱਧ ਪ੍ਰਦੇਸ਼, ਝਾਰਖੰਡ ਤੱਕ, ਜਿੱਥੇ ਨਾਮ ਨਹੀਂ ਲੋਕਾਂ ਨੇ ਸੁਣਿਆ। ਜਾਣੀ ਕਈਆਂ ਬਹੁਤ ਸਾਰੇ ਬੰਦਿਆਂ ਨੂੰ ਤਾਂ ਇਹ ਨਹੀਂ ਪਤਾ, ਸਾਡੀਆਂ ਬੀਬੀਆਂ ਜਿਹੜੀਆਂ ਪੇਂਡੂ ਆ, ਅਨਪੜ੍ਹ, ਖੇਤਾਂ 'ਚ ਕੰਮ ਕਰਦੀਆਂ, ਇਹ ਸਟੱਡੀ ਦੇ ਆਧਾਰ 'ਤੇ ਮੈਂ ਕਹਿ ਰਿਹਾ ਕਿ ਉਹਨਾਂ ਨੂੰ ਇਹ ਨਹੀਂ ਪਤਾ ਸਾਡੇ ਚੀਫ ਮਿਨਿਸਟਰ ਦਾ ਨਾਂ ਕੀ ਆ। ਤੇ ਇਹ ਜਾ ਕੇ ਮਸ਼ਹੂਰੀਆਂ ਦਿੰਦੇ ਫਿਰਦੇ ਉੱਥੇ, ਕਿਤੇ ਕਿਤੇ ਸਾਰੇ ਦੇਸ਼ ਦੇ ਵਿੱਚ ਮਸ਼ਹੂਰੀ ਆਪਣੀ ਪਾਰਟੀ ਦੀ। ਉਹ ਸਿਰਫ ਤੇ ਸਿਰਫ ਪ੍ਰੋਜੈਕਟ ਚੱਲ ਰਿਹਾ ਕੇਜਰੀਵਾਲ ਨੂੰ ਚੀਫ ਮਿਨਿਸਟਰ ਦੇ ਚਿਹਰੇ ਦੇ ਤੌਰ ਤੇ ਲਾਂਚ ਕਰਨ ਲਈ। ਹੁਣ ਪਹਿਲਾਂ ਸਾਡਾ ਕੰਮ ਬੋਲਦਾ ਕਿ ਨਵਾਂ ਕੱਢਤਾ ਕਿਸੇ ਨੇ ਤਮਾਸ਼ਾ। ਉਹ ਪਹਿਲਾਂ ਤੇ ਇੰਝ ਸੀ। ਹੁਣ ਉਹ ਜਿਸ ਤਰ੍ਹਾਂ ਰੈਪ ਸਿੰਗਰ ਨਹੀਂ ਹੁੰਦੇ, ਉਹ ਸਾਡਾ ਕੰਮ ਬੋਲਦਾ, ਉਹ ਸਾਡਾ ਕੰਮ ਬੋਲ। ਮੈਂ ਕਿਹਾ ਨਾਲ ਇਹਨੂੰ ਨੱਚਣ ਲਾ ਦਿਓ ਤੇ ਉੱਥੇ ਗਰਬੇ ਦੇ ਵਿੱਚ ਨੱਚੋ ਵੀ। ਇਸ ਤਰ੍ਹਾਂ ਭਗਵੰਤ ਮਾਨ ਅੱਗੇ ਅੱਗੇ ਤਾੜੀ ਮਾਰਿਆ ਕਰੇ ਤੇ ਪਿੱਛੇ 92 ਦੇ 92 ਓਏ ਸਾਡਾ ਕੰਮ ਬੋਲਦਾ, ਤੇ ਲੋਕ ਪਿੱਛੇ ਡੰਡੇ ਲੈ ਕੇ ਖੜੇ ਹੋਣ, ਕਾਲੀਆਂ ਝੰਡੀਆਂ ਲੈ ਕੇ ਖੜ ਜਾ, ਤੁਹਾਡਾ ਕੰਮ ਬੁਲਵਾਉਂਦੇ ਆ ਅਸੀਂ। ਕਹਿੰਦੇ ਮਾਨ ਸਾਹਿਬ ਗੁਜਰਾਤ ਦੇ ਵਿੱਚ ਵੀ ਭੰਗੜੇ ਪਾਈ ਜਾਂਦੇ, ਪੰਜਾਬੀ ਗੀਤ ਲੱਗੇ, ਪਰ ਉੱਥੇ ਸਮਝ ਤੇ ਲੱਗਦੀ ਨਹੀਂ, ਬਹੁਤ ਗਿਣਤੀ ਜਿਹੜੀ ਹਿੰਦੀ ਹੈ। ਪਠਾਨਕੋਟ 'ਚ ਦੇਖਿਆ ਨਹੀਂ, ਆਹ ਜਿਹੜੇ ਗਾਰਡੀਅਨਸ ਆਫ ਗਵਰਨੈਂਸ ਹੈਗੇ, ਇਹ ਐਕਸ ਸਰਵਿਸਮੈਨ ਫੌਜੀ ਆ, ਔਰ ਉਹ 4300 ਬੰਦਾ ਵਧੀਆ ਕੰਮ ਕਰ ਰਿਹਾ। ਮੈਂ ਉਹਨਾਂ ਦੀ ਰੈਲੀ 'ਚ ਜਾ ਕੇ ਆਇਆ, ਮੇਰੇ ਕੋਲ ਅੰਕੜੇ ਵੀ ਪਏ ਸਾਰੇ ਉਹਨਾਂ ਦੇ, ਜੋ ਉਹਨਾਂ ਨੇ ਕੰਮ ਕੀਤਾ। ਉਹ ਅਸਲ ਮਾਨਿਆਂ ਵਿੱਚ ਇੱਕ ਸਵਸਥ, ਕਿਉਂਕਿ ਡਿਸਿਪਲਿਨਡ ਆ, ਦੇਸ਼ ਭਗਤ ਆ। ਇਹ ਤੇ ਕੱਟੜ ਦੇਸ਼ ਭਗਤ ਆ ਨਾ। ਉਹ ਕੱਟੜ ਜਿਹੜੇ ਦੇਸ਼ ਭਗਤ ਜਿਹੜੇ ਗੋਲੀਆਂ ਖਾ ਕੇ ਆਏ ਆ, ਲੜ ਕੇ ਆਏ ਆ, ਤੇ ਹੁਣ ਰਿਟਾਇਰ ਆ, ਤੇ ਇਹਨਾਂ ਦਾ ਕੰਮ ਸਾਂਭਿਆ ਕਿ ਅਸੀਂ ਤੁਹਾਨੂੰ ਫੀਡਬੈਕ ਦਿੰਦੇ ਆ। ਹਰ ਜ਼ਿਲ੍ਹੇ 'ਚੋਂ 26 ਮਹਿਕਮਿਆਂ ਦੀ ਇਹਨਾਂ ਨੂੰ ਫੀਡਬੈਕ ਦਿੰਦੇ ਸੀ। ਉਹ ਹਰ ਕੰਮ ਦੀ, ਮਨਰੇਗਾ ਤੋਂ ਲੈ ਕੇ, ਸਕੂਲਾਂ ਤੋਂ ਲੈ ਕੇ, ਹਸਪਤਾਲਾਂ ਦਾ, ਹਰ ਕੰਮ ਦਾ 26 ਮਹਿਕਮਿਆਂ ਦਾ ਦਿੰਦੇ ਸੀ। ਕੱਢਦੇ ਸਾਰੇ ਬਾਹਰ। ਕਿਉਂ ਕੱਢਦੇ? ਉਹਨਾਂ ਨੇ ਐਤਕੀ ਉਹਨਾਂ ਨੇ ਡੰਡੇ ਲੈ ਕੇ ਆ। ਕੁਲਦੀਪ ਧਾਲੀਵਾਲ ਨੇ ਪਠਾਨਕੋਟ ਜਾਣਾ ਸੀ, 4 ਕੁ ਦਿਨ ਪਹਿਲਾਂ ਦੀ ਗੱਲ ਆ। ਉਹਨਾਂ ਨੇ ਲਾਲ ਪੱਗਾਂ ਬੱਧੀਆਂ ਦੀਆਂ, ਯੂਨੀਫਾਰਮ ਪਾਈ ਹੁੰਦੀ ਆ ਫੌਜੀਆਂ ਵਾਂਗੂ, ਚਿੱਟੀਆਂ ਸ਼ਰਟਾਂ ਤੇ ਕਾਲੀਆਂ ਪੈਂਟਾਂ, ਤੇ ਉੱਤੇ ਪੱਟੀ ਹੁੰਦੀ ਕਾਲੀ, ਵੀ ਆਓ ਸਹੀ। ਤੇ ਡੰਡੇ ਹੁੰਦੇ ਆ, ਤੇ ਡੰਡਿਆਂ ਤੇ ਕਾਲੇ ਝੰਡੇ ਹੁੰਦੇ ਆ। ਅਲੀ ਅਲੀ ਖੇਤਾਂ 'ਚ ਭੱਜੇ ਜਾਣ ਅੱਗੇ ਅੱਗੇ, ਉਹ ਬੈਲ ਤੇ ਹੋਰ ਤੇ ਕਈ ਬੰਦੇ ਇਹਨਾਂ ਦੇ। ਇਹ ਇੱਕ ਅਰਲੀ ਸਟੇਜ ਆ, ਇਹ ਟਿਪ ਆ ਆਈਸਬਰਗ ਦੀ। ਆਈਸਬਰਗ ਪਿੱਛੇ ਮਤਲਬ ਡਿੱਗਣ ਲਈ ਤਿਆਰ ਬੈਠਾ। ਮੈਂ ਇੰਨੀ ਗੱਲ ਕਹੂੰਗਾ ਕਿ ਜਿਸ ਢੰਗ ਦੇ ਨਾਲ ਇਹ ਕੰਮ ਬੋਲਦਾ ਸਾਡਾ ਸ਼ੋਰ ਪਾ ਰਹੇ ਆ। ਜੇ ਕੰਮ ਬੋਲਦਾ ਹੋਵੇ ਤਾਂ ਇਹਨਾਂ ਨੂੰ ਤਾਂ ਮੂੰਹ ਬੰਦ ਰੱਖਣ ਦੀ ਲੋੜ ਆ। ਜੇ ਇਹਦਾ ਕੰਮ ਬੋਲਦਾ, ਉਹ ਰੌਲਾ ਥੋੜ੍ਹੇ ਪਾਊਗਾ, ਉਹਦਾ ਤਾਂ ਸੱਚੀ ਮੁੱਚੀ ਕੰਮ ਬੋਲੂਗਾ ਨਾ। ਕਿਉਂਕਿ ਕੰਮ ਨਹੀਂ ਕੀਤਾ, ਇਸ ਲਈ ਰੌਲਾ। ਇਹਨਾਂ ਦਾ ਰੌਲਾ ਬੋਲਦਾ, ਉਹ ਇਹਨਾਂ ਦਾ ਰੌਲਾ ਬੋਲਦਾ, ਇਹਨਾਂ ਦਾ ਦੰਭ ਬੋਲਦਾ, ਝੂਠ ਬੋਲਦਾ। ਕਿਉਂਕਿ ਹੁਣ ਉਹ ਕਵਰ ਅਪ ਕਰਨ ਲਈ ਲੋਕਾਂ ਨੂੰ ਇੱਥੋਂ ਮੈਨੂੰ ਇਹ ਲੱਗਦਾ ਕਿ ਸਾਡੇ ਨਾਲ ਧੋਖਾ ਲੋਕਾਂ ਨਾਲ ਤੇ ਹੋਇਆ। ਸਾਨੂੰ ਤੇ ਕੋਈ ਬਹੁਤ ਚਾਨਣ ਅੱਜ ਵੀ ਆ, ਪਹਿਲਾਂ ਵੀ ਸੀ, ਗਾਂ ਵੀ ਦੱਸਦੇ ਨੇ। ਜੇ ਇਹਨੂੰ ਹੋਰ ਅੰਪਾਵਰ ਇਹੋ ਜਿਹੇ ਬੰਦੇ ਨੂੰ ਕੀਤਾ, ਤੇ ਲੋਕਾਂ ਨੂੰ ਹੌਲੀ ਹੌਲੀ ਜਿਹੜੇ ਬੰਦੇ ਅੱਜ ਤੱਕ ਸਾਡੇ ਵਰਗੇ ਵੀ ਬੰਦੇ ਇੰਨਾ ਸਖਤ ਵਿਰੋਧੀ, ਕਿਉਂਕਿ ਜਿੰਨਾ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਨੇ ਦੇਸ਼ ਦੇ ਅੰਦਰ ਧਾਰਮਿਕ ਨਫ਼ਰਤ ਭਰੀ ਆ, ਘੱਟ ਗਿਣਤੀਆਂ ਤੇ ਬਹੁ ਗਿਣਤੀਆਂ ਦੇ ਵਿੱਚ ਆਪਸੀ ਰਿਸ਼ਤਿਆਂ ਨੂੰ ਤਬਾਹ ਕੀਤਾ, ਤੇ ਉਹਨਾਂ ਨੂੰ ਅੱਗ ਲਾਈ ਹੈ। ਇਹ ਕਦੀ ਨਹੀਂ ਪਹਿਲਾਂ ਹੋਇਆ। ਗਾਂ ਦੇ ਨਾਂ ਤੇ ਲੋਕਾਂ ਦਾ ਪਬਲਿਕ ਲਿੰਚਿੰਗ ਕਰਨਾ ਕਿੰਨਾ ਪਾਪ ਕੀਤਾ। ਪਰ ਜਦੋਂ ਇਹਦੀ ਹਾਲਾਤ ਦੇਖਦੇ, ਸਾਨੂੰ ਇਹ ਲੱਗਦਾ ਵੀ ਕਿਤੇ ਉਹਦੇ ਨਾਲੋਂ ਵੀ ਜ਼ਿਆਦਾ ਕਿਤੇ ਆਪਾਂ ਕਿਸੇ ਤਰਾਸ਼ਦੀ ਦੇ ਵਿੱਚ ਤੇ ਨਹੀਂ ਆਪਣੇ ਆਪ ਨੂੰ, ਦੇਸ਼ ਦੇ ਰਾਜਨੀਤਿਕ ਪ੍ਰਸ਼ਾਸਨ ਨੂੰ, ਸੱਤਾ ਨੂੰ ਧੱਕ ਰਹੇ। ਇਹ ਬੰਦਾ ਤੇ ਕਿਤੇ ਉਹਦੇ ਨਾਲੋਂ ਵੀ ਜ਼ਿਆਦਾ ਸੋਫਿਸਟੀਕੇਟਡ ਢੰਗ ਨਾਲ ਝੂਠ ਬੋਲ ਸਕਦਾ। ਉਹ ਫਿਰ ਵੀ ਸਿੱਧਾ ਮੋਦੀ
ਇਹਨਾਂ ਦੇ ਮੁਕਾਬਲੇ ਅਮਿਤ ਸ਼ਾਹ, ਕਿ ਉਹਦਾ ਝੂਠ ਫਿਰ ਵੀ ਲੋਕ ਫੜ ਸਕਦੇ ਆ। ਇਹਦਾ ਝੂਠ ਛੇਤੀ ਛੇਤੀ ਫੜਿਆ ਨਹੀਂ ਜਾ ਸਕਦਾ, ਇੱਕਦਮ ਰੰਗ ਬਦਲਦਾ ਜਿਵੇਂ ਛਲੇਡਾ ਬਦਲਦਾ। ਇਸ ਲਈ ਸਾਡੀ ਇਹ ਤਰਾਸਦੀ ਇਹ ਆ ਕਿ ਚਾਹੀਦਾ ਤੇ ਇਹ ਸੀਗਾ ਕਿ ਕਾਂਗਰਸ ਤੋਂ ਬਾਅਦ ਕੋਈ ਹੋਰ ਚੰਗੀ ਰਾਜਨੀਤੀ ਇੱਥੇ ਦੇਸ਼ 'ਚ ਆਉਂਦੀ, ਜਿਹੜੀ ਉਹਨਾਂ ਨਾਲੋਂ ਜ਼ਿਆਦਾ ਧਰਮ ਨਿਰਪੱਖ, ਉਹਨਾਂ ਨਾਲੋਂ ਜ਼ਿਆਦਾ ਪਾਰਦਰਸ਼ੀ ਢੰਗ ਨਾਲ ਕੰਮ ਕਰਨ ਵਾਲੀ, ਉਹਨਾਂ ਨਾਲੋਂ ਜ਼ਿਆਦਾ ਇਮਾਨਦਾਰੀ ਨਾਲ ਕੰਮ ਕਰਨ ਵਾਲੀ, ਤੇ ਲੋਕਾਂ ਦੇ ਗਰੀਬਾਂ ਦੇ ਅਥਰੂ ਪੂੰਝਣ ਵਾਲੀ ਹੁੰਦੀ। ਹੋ ਇਹ ਰਿਹਾ 2014 ਤੋਂ ਬਾਅਦ ਕਿ ਰਿਵਰਸ ਗੇਅਰ ਲੱਗ ਗਿਆ, ਕਿ ਅਸੀਂ ਵੱਧ ਤੋਂ ਬੱਤਰ ਤੇ ਬੱਤਰ ਤੋਂ ਹੁਣ ਪਤਾ ਨਹੀਂ ਕਿੱਥੇ ਕਿੱਥੇ ਅਸੀਂ ਜਾਵਾਂਗੇ। ਉਧਰ ਨੂੰ ਰਾਜਨੀਤੀ ਜਾਰੀ ਆ, ਤੇ ਆਮ ਆਦਮੀ ਪਾਰਟੀ ਦਾ ਇਸ ਹਾਲਾਤ 'ਚ ਜਨਮ ਲੈਣਾ, ਪੰਜਾਬ ਦੇ ਵਿੱਚ 42% ਵੋਟਾਂ ਲੈ ਕੇ 92 ਉਹ ਮੁਰਗੀ ਦੇ ਚੂਜੇ ਵਾਂਗੂ 92 ਆਂਡਿਆਂ 'ਚੋਂ ਬੱਚੇ ਨਿਕਲ ਆਉਣੇ। ਇਹ ਇਸ ਤਰ੍ਹਾਂ ਹੀ ਹੁੰਦਾ ਆ ਕਿ ਵੋਟ ਹੀ ਹੁੰਦੀ ਆ, ਲਾਟਰੀ ਹੁੰਦੀ, ਜਿਹਦੀ ਨਿਕਲ ਆਈ 92 ਦੀ ਲਾਟਰੀ ਨਿਕਲ ਆਉਣੀ। ਜਿੱਥੇ ਇੱਕ ਕਿਸਮ ਦੀ ਉਹਦੇ ਨਾਲ ਉਮੀਦ ਬੱਝੀ ਸੀ, ਸਾਨੂੰ ਵੀ ਇੱਕ ਲੈਵਲ ਤੇ ਬੱਝੀ ਸੀ ਵੀ ਚਲੋ ਯਾਰ ਕੁਛ ਤੇ ਬਦਲਾਅ ਹੋਇਆ। ਹਾਲਾਂਕਿ ਸਾਡਾ ਕੌਂਸ਼ੀਅਸ ਮਾਈਂਡ ਕਦੀ ਨਹੀਂ ਮੰਨਦਾ ਕਿ ਇਹਨੂੰ ਅਸੀਂ ਬਦਲਾ, ਕਿਉਂਕਿ ਅਸੀਂ ਉਹਨਾਂ ਨੂੰ ਪਹਿਲਾਂ ਬਹੁਤ ਨੇੜਿਓਂ ਦੇਖ ਚੁੱਕੇ ਹਾਂ। ਅੱਜ ਉਹ ਬਿਲਕੁਲ ਉਹੀ ਕੁਝ ਹੋ ਰਿਹਾ ਜੋ ਅਸੀਂ ਉਦੋਂ ਸੋਚਦੇ ਸੀਗੇ। ਧਰਾਤਲ ਦੇ ਉੱਤੇ ਮੈਂ ਲਾਸਟ ਗੱਲ ਇਹੀ ਕਹਿ ਕੇ ਕਰਦਾ, ਜੇ ਕੋਈ ਤੁਹਾਡਾ ਹੋਰ ਸਵਾਲ ਹੋਏ ਤੇ ਦੇਖ ਲਾਂਗੇ, ਕਿ ਆਹ ਜਿਹੜਾ ਦੀਪਕ ਟੀਨੂ ਨੂੰ ਜਿਵੇਂ ਛੱਡਿਆ ਗਿਆ ਔਰ ਜਿਵੇਂ ਉਹਦੀ ਤਹਿਕੀਕਾਤ ਹੁਣ ਹੋ ਰਹੀ ਹੈ, ਮੈਨੂੰ ਇੰਝ ਲੱਗਦਾ ਕਿ ਇਹ ਇਕੱਲਾ ਬੰਦਾ ਉਹ ਹੈ ਨਹੀਂ। ਜਿਵੇਂ ਉਹ ਆਕੜ ਕੇ ਪ੍ਰਿਤਪਾਲ ਸਿੰਘ ਸ਼ਾਇਦ ਉਹਦਾ ਨਾਂ ਹੈਗਾ ਜਿਹਨੇ ਛੱਡਿਆ ਸਿਵਲ ਵਰਦੀ 'ਚ, ਤੇ ਜਿਸ ਢੰਗ ਨਾਲ ਇਹ ਸਾਰਾ ਕੇਸ ਸਾਹਮਣੇ ਆਇਆ, ਇੱਕ ਪਾਸੇ ਉਹ ਨੌਜਵਾਨ ਦਾ ਕਤਲ ਤੇ ਲੋਕਾਂ ਦਾ ਦੁਖਾਂਤ, ਤੇ ਦੂਜੇ ਪਾਸੇ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੂੰ ਸਜ਼ਾਵਾਂ ਦੇਣੀਆਂ, ਤੇ ਮਾਂ-ਬਾਪ ਉਹਦੇ ਕੀ ਨਾਂ ਉਹਦਾ, ਸਿੱਧੂ ਮੂਸੇਵਾਲੇ ਦੇ ਜਿਹੜੇ ਮਾਂ-ਬਾਪ ਆ ਉਹ ਉਮੀਦ ਲਾਈ ਬੈਠੇ ਆ। ਉਹਨਾਂ ਦੇ ਦਿਲ 'ਤੇ ਕੀ ਗੁਜ਼ਰਦੀ ਹੋਊਗੀ ਕਿ ਇਹ ਉਹਨਾਂ ਨੂੰ ਮਦਦ ਕਰ ਰਹੇ ਆ। ਔਰ ਸਾਰਾ ਕੁਛ ਆ ਹੁਣੇ ਹੀ ਉਹ ਮੁੰਡਾ ਜਿਹੜਾ ਲੁਧਿਆਣੇ ਵਾਲਾ ਇਹਨਾਂ ਦਾ ਜੇਲ੍ਹਾਂ ਦਾ ਮੰਤਰੀ ਹੈਗਾ, ਕੀ ਨਾਂ ਆ, ਹਰਜੋਤ ਬੈਂਸ। ਹਰਜੋਤ ਬੈਂਸ ਕਾਫੀ ਦੇਰ ਦਾ ਤੇ ਦਿੱਲੀ ਵਾਲਿਆਂ ਦੀ ਬਹੁਤ ਗੁੱਡ ਬੁੱਕਸ ਦੇ ਵਿੱਚ ਹੈਗਾ। ਆ ਹੁਣੇ ਹੀ ਕਹਿ ਰਿਹਾ ਸੀਗਾ ਹਰਜੋਤ ਬੈਂਸ ਕਿ ਦੇਖੋ ਹੁਣ ਤੇ ਜੇਲ੍ਹਾਂ ਦੇ ਵਿੱਚ ਬਿਲਕੁਲ, ਅਸੀਂ 2 ਵਾਰੀ ਚੈਕਿੰਗ ਕਰਦੇ ਹਾਂ ਜੀ, 2 ਵਾਰੀ ਜਾਂਦੇ ਹਾਂ, ਇੱਕ ਵਾਰੀ ਸਵੇਰੇ ਇੱਕ ਵਾਰੀ ਸ਼ਾਮੀ, ਕਿਤੇ ਕੋਈ ਫੋਨ ਨਹੀਂ ਹੈ, ਕਿਤੇ ਕੋਈ ਨਸ਼ਾ ਨਹੀਂ ਹੈ, ਬਹੁਤ ਸਖਤੀ ਕਰ ਦਿੱਤੀ ਹੈ। ਮੈਨੂੰ ਤੇ ਐਂ ਲੱਗਾ ਵੀ ਇੰਝ ਕਹਿ ਰਿਹਾ ਵੀ ਅਸੀਂ 2 ਵਾਰੀ ਮਾਲ ਸਪਲਾਈ ਕਰਦੇ ਹਾਂ ਜੀ, ਤਾਂ ਕਿ ਉਹਨਾਂ ਦਾ ਦਿਨੇ ਕੋਈ ਕੰਮ ਕੋਈ ਖਾਲੀ ਚਲੇ ਨਾ ਜਾਏ। ਇੱਕ ਵਾਰੀ ਸਵੇਰੇ ਚੈੱਕ ਕਰਦੇ ਹਾਂ ਵੀ ਕਿਹਨੂੰ ਕਿਹਨੂੰ ਕੀ ਚਾਹੀਦਾ, ਤੇ ਇੱਕ ਵਾਰੀ ਸ਼ਾਮ ਨੂੰ ਸਪਲਾਈ ਕਰਦੇ ਹਾਂ। ਹਾਲਤ ਤੇ ਇਹ ਦਿਖ ਰਹੀ ਹੈ। ਇੱਕ ਹੋਰ ਸਵਾਲ ਹੈ, ਬੜਾ ਸਿੰਸੀਅਰ ਹੈ। ਜਿਸ ਤਰੀਕੇ ਦੇ ਨਾਲ ਗੱਲ ਕਰੀਏ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸੱਤਾ ਵਿੱਚ ਆਈ, ਤਾਂ ਇਸ ਤੋਂ ਪਹਿਲਾਂ ਤੁਸੀਂ ਜਿਹੜੇ ਸਵਾਲ ਹੈ ਸੀ ਉਹ ਦਰੁਸਤ ਕਰ ਹੀ ਦਿੱਤਾ ਕਿ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਚੱਲ ਰਹੀ ਹੈ। ਤਾਂ ਜੇ ਦੂਜੇ ਪਾਸੇ ਦੇਖਿਆ ਜਾਵੇ, ਜੀਰੇ ਇਲਾਕੇ ਦੇ ਵਿੱਚ ਸ਼ਰਾਬ ਫੈਕਟਰੀ ਨੂੰ ਲੈ ਕੇ ਪੱਕਾ ਮੋਰਚਾ ਲੱਗਾ ਹੋਇਆ, ਤਕਰੀਬਨ 3 ਮਹੀਨੇ ਦਾ ਸਮਾਂ ਹੋ ਚੁੱਕਾ ਹੈ। ਇਲਾਕੇ ਦੇ ਤਕਰੀਬਨ 20 ਤੋਂ 30 ਪਿੰਡ ਨੇ ਜਿਹੜੇ ਉਹ ਪਲੀਤ ਹੋ ਚੁੱਕੇ, ਉਹਨਾਂ ਦਾ ਜਿਹੜਾ ਜ਼ਮੀਨੀ ਪਾਣੀ ਪੀਣ ਯੋਗ ਨਹੀਂ ਰਿਹਾ। ਕੈਂਸਰ ਬਿਮਾਰੀਆਂ ਦੇ ਵਿੱਚ ਵਾਧਾ ਹੋ ਰਿਹਾ, ਜਿਹੜੀਆਂ ਖਾਰਸ਼ ਦੀਆਂ ਬਿਮਾਰੀਆਂ ਲਗਾਤਾਰ ਵੱਧ ਰਹੀਆਂ। ਤਾਂ ਜਿਹੜਾ ਟੈਸਟ ਆਉਣ ਤੋਂ ਬਾਅਦ ਵੀ ਇੱਕ ਜਿਹੜਾ ਪਾਣੀ ਹੈ, ਪਾਣੀ ਬਹੁਤ ਗੰਦਲਾ ਆ, ਪੀਣ ਵਾਲਾ ਜਿਹੜਾ ਪਾਣੀ ਬਹੁਤ ਉਹਦੀ ਕਹਿ ਸਕਦੇ ਹਾਂ ਹਾਲਤ ਵੱਧ ਤੋਂ ਬੱਤਰ ਹੋਈ ਪਈ ਹੈ। ਤੇ ਜੇ ਰਿਪੋਰਟ ਦੇਖੀਏ ਤਾਂ ਰਿਪੋਰਟ ਬੜੀ ਉਹਦੀ ਦਰੁਸਤ ਆਈ ਹੈ। ਕੀ ਲੱਗਦਾ ਫਿਰ ਉਹ ਲੋਕ ਗਲਤ ਨੇ ਜਾਂ ਫਿਰ ਜਿਹੜੀ ਸਰਕਾਰ ਸਹੀ ਹੈ, ਉਹਨਾਂ ਲੋਕਾਂ ਦੀ ਮੰਨਣ ਵਾਸਤੇ ਤਿਆਰ ਨਹੀਂ? ਦੇਖੋ, ਉਹ ਜਿਹੜੀ ਸ਼ਰਾਬ ਦੀ ਫੈਕਟਰੀ ਆ ਉਹ ਮਲਹੋਤਰਾ ਬ੍ਰਦਰਸ ਦੀ ਹੈ, ਇਸੇ ਕਰਕੇ ਉਹਦਾ ਨਾਂ ਆ ਮਲਬਰੋ। ਮਲਹੋਤਰਾ ਬ੍ਰਦਰਸ, ਮਲਬਰੋ ਦਾ ਮਤਲਬ ਇਹ ਹੈ ਜਿਹੜੀ ਉੱਥੇ ਫੈਕਟਰੀ ਹੈਗੀ, ਜਿਹਦੇ ਨਾਲ ਉਹ ਸਾਰਾ ਪ੍ਰਦੂਸ਼ਣ ਜ਼ਮੀਨ ਦੇ ਥੱਲੇ ਦੇ ਪਾਣੀ ਦਾ ਫੈਲ ਰਿਹਾ। ਉਹ ਬੋਟਲਿੰਗ ਤੋਂ ਸ਼ੁਰੂ ਹੋਈ ਸੀ ਤੇ ਹੌਲੀ ਹੌਲੀ ਉੱਥੇ ਸ਼ਰਾਬ ਉਹਨਾਂ ਨੇ ਬਣਾਉਣੀ ਸ਼ੁਰੂ ਕਰਤੀ। ਇਹ ਇਕੱਲਾ ਉਹ ਤੇ ਇੱਕ ਦਾ ਆ, ਬਾਕੀ ਵੀ ਇਹੋ ਹੀ ਕੁਝ ਕਰ ਰਹੇ ਆ। ਆ ਪਿੱਛੇ ਜਿਹੜੀ ਪਠਾਨਕੋਟ ਵੱਲ ਗੁਰਦਾਸਪੁਰ ਵੱਲ ਉਹ ਲੀਕੇਜ ਹੋਈ ਸੀਗੀ ਸਤਲੁਜ ਦੇ ਵਿੱਚ, ਨਾ ਇਹਦੇ 'ਚ ਬਿਆਸ ਦਰਿਆ ਦੇ ਵਿੱਚ, ਤੇ ਉਹਦਾ ਵੀ ਇਹੀ ਸੀਗਾ। ਕਿੰਨੀਆਂ ਮੱਛੀਆਂ ਮਰ ਗਈਆਂ, ਉਹਨਾਂ ਨੂੰ 4 ਕਰੋੜ ਰੁਪਇਆ ਜੁਰਮਾਨਾ ਕੀਤਾ, ਮੋਇਆ ਨੇ ਦਿੱਤਾ ਹੋਣਾ, ਪਤਾ ਨਹੀਂ ਦਿੱਤਾ ਕਿ ਨਹੀਂ ਦਿੱਤਾ। ਇਹ ਜਿਹੜੀ ਕੋਈ ਵੀ ਐਕਸ਼ਨ ਕਿਉਂ ਨਹੀਂ ਹੋ ਰਿਹਾ? ਯਾਨੀ ਜਿਹੜਾ ਬੋਤਲਾਂ 'ਚ ਪਾਇਆ ਪਾਣੀ ਗੰਦਾ ਪਾਣੀ ਦਿਖ ਰਿਹਾ, ਕਾਲਾ ਦਿਖ ਰਿਹਾ, ਬਿਮਾਰੀਆਂ ਉੱਥੇ ਫੈਲੀਆਂ ਹੋਈਆਂ। ਸਾਰਾ ਹਸਪਤਾਲਾਂ ਦਾ ਪਿੰਡਾਂ ਦਾ ਰਿਕਾਰਡ ਹੈਗਾ। ਪਿੰਡਾਂ ਦੇ ਲੋਕ ਬੇਵਕੂਫ, ਪੰਚਾਇਤਾਂ ਬੇਵਕੂਫ ਆ। ਸਾਰੀਆਂ ਪੰਚਾਇਤਾਂ ਰਿਜ਼ੋਲਵ ਕਰਕੇ ਉੱਥੇ 700-800 ਬੰਦਾ ਰੋਜ਼ ਪਿਛਲੇ 70 ਦਿਨਾਂ ਦਾ ਉਹ ਪਿੰਡ ਦਾ ਉੱਥੇ ਸ਼ਰਾਬ ਦੇ ਫੈਕਟਰੀ ਦੇ ਸਾਹਮਣੇ ਧਰਨਾ ਲਾਈ ਬੈਠੇ ਆ। ਉਹ ਗਲਤ ਹੋ ਗਏ, ਤੇ ਇਹਨਾਂ ਦੀਆਂ ਰਿਪੋਰਟਾਂ ਜਿਹੜੀਆਂ ਕਾਗਜ਼ਾਂ ਦੇ ਵਿੱਚ ਲਿਖ ਕੇ ਭੇਜਤੀਆਂ,
ਉਹ ਠੀਕ ਹੋ ਗਈਆਂ। ਉਹ ਕੱਲ੍ਹ ਹੀ ਮੈਨੂੰ ਮਿਲ ਕੇ ਗਏ ਆ, ਸੰਦੀਪ ਸਿੰਘ ਹੁਣੀ, ਉਹ ਸਾਰੇ ਉੱਥੋਂ ਦੇ ਲੀਡਰ ਸਾਰੇ ਇੱਥੇ ਇੱਥੇ ਇਸੇ ਜਗ੍ਹਾ 'ਤੇ ਜਿੱਥੇ ਆਪਾਂ ਇੰਟਰਵਿਊ ਕਰ ਰਹੇ, ਮੀਟਿੰਗ ਹੋਈ, 1.5 ਘੰਟਾ ਬੈਠੇ ਰਹੇ ਹਾਂ। ਉਹ ਸਾਰੀ ਗੱਲ ਮੈਨੂੰ ਦੱਸ ਕੇ ਗਏ। ਵੈਸੇ ਮੈਨੂੰ ਪਤਾ ਵੀ ਸੀਗਾ। ਗੱਲ ਇਹੀ ਹੈ ਜਿਹੜੀ ਤੁਸੀਂ ਕਹਿ ਰਹੇ ਆ, ਤੇ ਸਾਡਾ ਤਾਂ ਰਿਜ਼ੋਲਵ ਇਹ ਆ ਵੀ ਜੇ ਉਹ ਪਾਣੀ ਥੱਲੇ ਦਾ ਠੀਕ ਹੈ ਤੇ ਬਿਲਕੁਲ NGT ਵਾਲਿਆਂ ਨੇ ਕਿਹਾ ਕਿ ਪਾਣੀ ਦੇ ਸੈਂਪਲ ਲੈ ਲਏ, ਸਾਰਾ ਠੀਕ ਹੈ, ਤੇ ਐਵੇਂ ਰੌਲਾ ਪਾਉਂਦੇ ਆ, ਰਾਜਨੀਤੀ ਕਰਦੇ। ਤੁਸੀਂ ਇੰਜ ਕਰੋ ਵੀ ਉਹ ਬੋਤਲਾਂ ਪਾਣੀ ਦੀਆਂ ਇਹਨਾਂ ਦੇ ਘਰ ਦੀਆਂ ਟੂਟੀਆਂ ਬੰਦ ਕਰਕੇ 92 ਬੰਦਿਆਂ ਦੀਆਂ ਜਿਹੜੇ ਮੈਂਬਰ ਆਪ ਦੇ ਹੈਗੇ ਆ, ਸਭ ਨੂੰ ਪਾਣੀ ਉਹ ਪਿਉਣ ਲਈ ਬੰਦਾ ਨਾਲ ਡਾਂਗ ਲੈ ਕੇ ਬੈਠਾ ਹੋਵੇ, ਕਹੇ ਵੀ ਪਾਣੀ ਤੇ ਇਹੋ ਹੀ ਮਿਲਣਾ ਜਿਹੜਾ ਉੱਥੇ ਵਾਲਾ। ਬੋਤਲਾਂ ਵੱਡੇ ਵੱਡੇ ਡਰਮ ਇਹਨਾਂ ਦੇ ਘਰ ਰੱਖੇ ਜਾਣ, 92 ਦੇ 92 ਬੰਦੇ 1 ਮਹੀਨਾ ਪਾਣੀ ਪੀਣ। ਜੇ ਉਹ ਟੈਸਟ ਪਾਸ ਕਰ ਜਾਂਦੇ ਆ ਤੇ ਫਿਰ ਇਹ ਸਾਰਿਆਂ ਨੂੰ ਸਜ਼ਾ ਦਿਓ ਜਿਹੜੇ ਉੱਥੇ ਬੈਠੇ ਧਰਨਾ ਲਾ ਕੇ। ਨਹੀਂ ਤੇ ਇਹ ਜਦੋਂ ਹਸਪਤਾਲ 'ਚ ਹੋਣਗੇ ਤੇ ਉਹ ਜਿਹੜੇ ਕਾਗਜ਼ਾਂ 'ਚ ਟੈਸਟ ਆਏ ਉਹ ਆਪੇ ਫੇਲ ਹੋ ਜਾਣਗੇ। ਵੀ ਇਹ ਤੇ ਹਸਪਤਾਲ ਪਏ ਆ ਜਿਹੜੇ ਟੈਸਟ ਸਾਫ਼ ਦੱਸ ਰਹੇ ਆ, ਅਸੈਂਬਲੀ ਦੇ ਅੰਦਰ ਤੇ ਬਾਹਰ ਸਾਰਾ ਇਸ ਗੱਲ ਦਾ ਕਹਿ ਰਹੇ ਕਿ ਨਾ ਨਾ ਨਾ। ਕਾਰਨ ਇਹ ਹੈ ਕਿ ਉਹ ਜਿਹੜੇ ਮਲਬਰੋ ਵਾਲੇ ਆ ਉਹਨਾਂ ਨਾਲ ਰਲੇ ਹੋਏ ਆ। ਉਹੀ ਤੇ ਸਾਰੇ ਇੱਥੇ ਦੀ ਜਿਹੜੀ ਨਵੀਂ ਆਬਕਾਰੀ ਨੀਤੀ ਹੈ ਉਹਨਾਂ ਦਾ, ਇਹਨਾਂ ਲੋਕਾਂ ਦਾ ਤੇ ਉਹਦੇ ਤੇ ਕੰਟਰੋਲ ਹੈ। ਇਹੀ ਤੇ ਹੋਲਸੇਲਰ ਇਹਨਾਂ ਦੇ ਤੋਂ ਤੇ 6% ਆਉਣਾ ਤੇ ਫਿਰ ਸੈਂਪਲ ਤੇ ਆਪੇ ਸਾਫ਼ ਹੀ ਹੋਣੇ ਆ। ਉਹ ਚੰਡੀਗੜ੍ਹ ਵਾਲੇ ਪਾਣੀ ਦੇ ਸੈਂਪਲ ਗਾਂ ਤੋਰਤੇ ਹੋਣੇ ਆ, ਉਹ ਉੱਥੇ ਡੋਲਤੇ ਹੋਣੇ ਆ। ਆਹ ਕੁਛ ਤੇ ਚੱਲਦਾ ਇੱਥੇ। ਇਸ ਲਈ ਤੁਹਾਨੂੰ ਨਹੀਂ ਪਤਾ ਕਿ ਪੁਲਿਸ ਜਿਹੜੀ ਆ ਉਹ ਪੋਸਟਮਾਰਟਮ ਦੀਆਂ ਰਿਪੋਰਟਾਂ ਕਿਵੇਂ ਪ੍ਰਭਾਵਿਤ ਕਰਦੀ ਆ, ਕਿੱਦਾਂ ਕਰਦੀ ਆ। ਜਦ ਤੱਕ 'ਚ ਕੋਈ ਬਿਲਕੁਲ ਸਹੀ ਡਾਕਟਰ ਉੱਥੇ ਨਾ ਹੋਣ ਤੇ ਕਿਵੇਂ ਬਰਾਈਬ ਦੇ ਕੇ, ਕਿਵੇਂ ਰਾਜਨੀਤਿਕ ਤੌਰ ਤੇ ਪ੍ਰਭਾਵ ਕਰਕੇ ਗਰੀਬ ਨੂੰ ਮਾਰਿਆ ਜਾਂਦਾ। ਇਹ ਦੇਸ਼ ਦੇ ਵਿੱਚ ਤੇ ਬਹੁਤ ਕੁਝ, ਜਾਣੀ ਸਾਨੂੰ ਬਾਹਰੀ ਵਿਦੇਸ਼ੀ ਸ਼ਕਤੀਆਂ ਚੀਨ ਤੇ ਪਾਕਿਸਤਾਨ ਦਾ ਉਹਨਾਂ ਡਰ ਨਹੀਂ ਹੈ ਜਿੰਨੇ ਅੰਦਰ ਆ ਸਾਡੇ ਗਦਾਰ ਬੈਠੇ ਆ, ਚੋਰ ਬੈਠੇ ਆ, ਠੱਗ ਬੈਠੇ ਆ, ਜਿਹੜੇ ਲੋਟੂ ਬੈਠੇ ਹੋਏ ਆ, ਗਪੌੜੀ ਬੈਠੇ ਆ। ਇਹਨਾਂ ਦੇ ਨਾਲ ਲੜਾਈ ਦੇਣੀ ਸਾਡੀ ਬੜੀ ਔਖੀ ਹੋਈ ਹੋਈ। ਮਲਹੋਤਰਾ ਦੀ ਗੱਲ ਕੀਤੀ ਸਰਕਾਰ ਦੀ। ਦੂਜੇ ਪਾਸੇ ਗੱਲ ਕਰੀਏ ਤਾਂ ਜਿਹੜੀ ਸਰਕਾਰ ਹੈ ਉਹ ਲੋਕਾਂ ਨੇ ਚੁਣਨੀ ਹੁੰਦੀ, ਲੋਕਾਂ ਦੇ ਫਾਇਦੇ ਵਾਸਤੇ ਹੁੰਦੀ ਹੈ। ਇੱਕ ਮਾਂ-ਬਾਪ ਵਾਲਾ ਸਰਕਾਰ ਜਿਹੜਾ ਉਹਨੇ ਰੋਲ ਅਦਾ ਕਰਨਾ ਹੁੰਦਾ ਪ੍ਰਜਾ ਨੂੰ ਲੈ ਕੇ, ਪਰ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭਗੌੜੀ ਹੋ ਰਹੀ ਹੈ। ਤਾਂ ਕੀ ਜਿਹੜੇ ਕੁਝ ਪੈਸਿਆਂ ਦੀ ਖਾਤਰ, ਧਨ ਦੌਲਤ ਦੀ ਖਾਤਰ ਜਿਹੜੇ ਇਸ ਤਰੀਕੇ ਦੇ ਨਾਲ ਫੈਕਟਰੀਆਂ ਲਾਈਆਂ ਜਾਣੀਆਂ, ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾਣਾ, ਦੂਜੇ ਪਾਸੇ ਦਾਅਵੇ ਕੀਤੇ ਜਾਣੇ, ਕੀ ਇਹ ਪੰਜਾਬ ਦੇ ਲੋਕਾਂ ਨੂੰ ਬਰਬਾਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜਾਂ ਫਿਰ ਕੇਵਲ ਉਹਨਾਂ ਦੀ ਜਿਹੜੀ ਮਨਸ਼ਾ ਹੈ ਪੈਸਾ ਕਮਾਉਣਾ ਹੀ ਹੈ? ਦੇਖੋ ਰਜਿੰਦਰ ਜੀ, ਜਿਹੜਾ ਨਸ਼ਾ ਹੁੰਦਾ ਨਾ ਉਹ ਨਸ਼ਾ ਹੀ ਹੁੰਦਾ। ਕਿਸੇ ਨੂੰ ਉਹ ਸੱਤਾ ਦਾ ਨਸ਼ਾ ਆ, ਕਿਸੇ ਨੂੰ ਚਿੱਟੇ ਦਾ ਨਸ਼ਾ, ਕਿਸੇ ਨੂੰ ਸ਼ਰਾਬ ਦਾ ਨਸ਼ਾ, ਕਿਸੇ ਨੂੰ ਕੋਈ ਜਨੂਨੀ ਮਿਊਜ਼ਿਕ ਤੇ ਹੀ ਲੱਗਾ ਹੋਇਆ ਹੈ ਨਾ। ਅਲੱਗ-ਅਲੱਗ ਕਿਸਮ ਦੇ ਜੀਵਨ ਦੇ ਨਸ਼ੇ ਹੈਗੇ ਆ। ਜਿਹੜਾ ਸੱਤਾ ਦਾ ਤੇ ਪੈਸੇ ਦਾ ਨਸ਼ਾ ਨਾ, ਲੋਭ ਆ, ਇਹ ਸੱਤਾ ਤੇ ਪੈਸਾ ਇੱਕੋ ਹੀ ਚੀਜ਼ ਆ, ਉਹਦੇ ਨਾਲ ਸੱਤਾ ਖਰੀਦੀ ਜਾ ਸਕਦੀ ਆ ਜਾਂ ਸੱਤਾ ਦਾ। ਇਹ ਨਸ਼ੇ 'ਚ ਜਿਹੜੇ ਅੰਨੇ ਹੋ ਜਾਂਦੇ ਉਹਨਾਂ ਨੂੰ ਕੁਛ ਨਹੀਂ ਦਿਖਦਾ ਕਿ ਸਮਾਜ ਕੀ ਆ, ਉਹਨਾਂ ਦਾ ਆਪਣੇ ਪਰਿਵਾਰ ਦਾ ਕੀ ਨੁਕਸਾਨ ਹੋ ਰਿਹਾ ਜਾਂ ਉਹਨਾਂ ਦਾ ਭਵਿੱਖ ਕੀ ਹੋਊਗਾ, ਲੋਕ ਕੀ ਕਹਿਣਗੇ, ਇਹਦਾ ਨੈਤਿਕ ਅਸਰ ਕੀ ਹੋ ਰਿਹਾ ਸਮਾਜ 'ਤੇ, ਕੁਛ ਲੈਣਾ ਦੇਣਾ ਨਹੀਂ। ਜ਼ਹਿਰ ਵੇਚ ਕੇ ਪੈਸਾ ਬਣਦਾ, ਜ਼ਹਿਰ ਵੇਚ ਕੇ ਲੈਣਗੇ। ਜੇ ਫੁੱਲ ਵੇਚ ਕੇ ਪੈਸਾ ਬਣਦਾ, ਫੁੱਲ ਵੇਚ ਕੇ, ਜੇ ਸਵਾਹ ਵੇਚ ਕੇ ਬਣਦਾ, ਸਵਾਹ ਵੇਚ ਕੇ। ਉਹਨਾਂ ਨੇ ਪੈਸਾ ਲੈਣਾ। ਜਿਵੇਂ ਨਸ਼ੇੜੀ ਸ਼ਾਮ ਤੱਕ ਉਹਨੂੰ ਆਪਣੀ ਪੁੜੀ ਚਾਹੀਦੀ ਆ, ਭਾਵੇਂ ਉਹ ਘਰ ਦੇ ਭਾਂਡੇ ਵੇਚ ਕੇ ਹੋਵੇ। ਉਹੀ ਹਾਲਤ ਇਹਨਾਂ ਬੰਦਿਆਂ ਦੀ ਆ। ਤੁਸੀਂ ਸਵਾਲ ਕਰ ਰਹੇ ਆ ਇੱਕ ਨੋਰਮਲ ਵੋਟਰ ਦੇ ਤੌਰ ਤੇ ਵੀ ਜਿਹੜਾ ਵੋਟਰ ਆ ਉਹ ਕੀ ਚਾਹੁੰਦਾ। ਇੱਕ ਆਮ ਪੰਜਾਬੀ ਇੱਥੇ ਕੀ ਚਾਹੁੰਦਾ? ਉਹ ਚਾਹੁੰਦਾ ਕਿ ਕਾਨੂੰਨ ਹੋਵੇ, ਨੌਕਰੀ ਮਿਲੇ, ਚੰਗੀ ਸਿੱਖਿਆ ਮਿਲੇ, ਪਾਣੀ ਤੇ ਹਵਾ ਸਾਫ਼ ਸੁਥਰੀ ਮਿਲੇ, ਬਸ ਇੰਨਾ ਕੀ ਪੈਟਰੋਲ ਬਹੁਤਾ ਮਹਿੰਗਾ ਨਾ ਹੋਵੇ ਕਿਉਂਕਿ ਗੱਡੀ ਤੇ ਜਾਣਾ। ਇੰਨੀਆਂ ਕੁ ਗੱਲਾਂ ਉਹ ਆਮ ਬੰਦਾ ਚਾਹੁੰਦਾ। ਪਰ ਇਹਨਾਂ ਦੇ ਇਹ ਏਜੰਡੇ ਦੇ ਨਹੀਂ। ਇਹ ਤਾਂ ਚਾਹੁੰਦੇ ਆ ਕਿ ਲੋਕ ਜਿੰਨੇ ਕੰਮ ਤੋਂ ਆਥਰ ਹੋਣ, ਜਿੰਨੇ ਕਮਜ਼ੋਰ ਹੋਣ, ਜਿੰਨੇ ਲਾਚਾਰ ਹੋਣ, ਉਹਨਾਂ ਕਾਬੂ ਕਰਨੇ ਸੌਖੇ ਆ। ਜਿੰਨੇ ਕਮਜ਼ੋਰ ਹੋਣਗੇ ਕਾਬੂ ਕਰਨੇ ਸੌਖੇ ਹੋਣਗੇ। ਜੇ ਲੋਕ ਸਸ਼ਕਤ ਹੋ ਗਏ ਤਾਂ ਉਹ ਸੱਤਾ ਲੋਕਾਂ ਕੋਲ ਚਲੇ ਜਾਏਗੀ, ਉਹਨਾਂ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਊਗਾ ਤੇ ਇਹਨਾਂ ਦੀਆਂ ਆਪ ਹੁਦਰੀਆਂ ਜਿਹੜੀਆਂ ਉਹ ਔਖੀਆਂ ਹੋ ਜਾਣਗੀਆਂ। ਵੈਟਰਨਰੀ ਵਿਭਾਗ ਦੇ ਵਿੱਚ ਹਰਿਆਣੇ ਦੇ, ਰਾਜਸਥਾਨ ਦੇ ਨੌਜਵਾਨਾਂ ਨੂੰ ਜ਼ਿਆਦਾ ਤਰਜੀਹ ਦੇ ਦੇਣਾ ਨੌਕਰੀ ਦੇ ਵਿੱਚ, ਔਰ ਜਿਹੜੇ ਪੰਜਾਬ ਦੇ ਨੌਜਵਾਨ ਉਹ ਆਪਣੀ ਸਰਜ਼ਮੀਨ ਨੂੰ ਛੱਡ ਕੇ ਵਿਦੇਸ਼ਾਂ ਵੱਲੇ ਜਾ ਰਹੇ ਆ। ਫਿਰ ਇਸ ਗੱਲ ਤੋਂ ਕੀ ਅੰਦਾਜ਼ਾ ਇਹਦੇ ਲਾਇਆ? ਬਾਰੇ ਤਾਂ ਬਿਲਕੁਲ ਗੱਲ, ਕੋਈ ਕਾਨੂੰਨ ਆਉਣਾ ਚਾਹੀਦਾ। ਦੇਖੋ ਆਪਣੇ ਪੰਜਾਬ ਨੂੰ ਬਚਾਉਣਾ ਆਪ ਹੈ, ਪਰ ਸਾਨੂੰ ਇਹ ਦੋਵੇਂ ਹੀ ਇਹਦੇ ਪਾਸੇ ਦੇਖ ਕੇ ਕਾਨੂੰਨ ਲਿਆਉਣਾ ਚਾਹੀਦਾ। ਤੁਹਾਨੂੰ ਪਤਾ ਹਰਿਆਣੇ ਨੇ ਪ੍ਰਾਈਵੇਟ ਫੈਕਟਰੀਆਂ ਦੇ ਅੰਦਰ ਕਿ ਜਿਹੜੇ ਅਸੀਂ ਹਰਿਆਣਵੀ, ਨੌਨ ਹਰਿਆਣਵੀ ਸਿਰਫ 25% ਆ ਸਕਣਗੇ, ਬਾਕੀ 75% ਸਾਡੇ ਹਰਿਆਣੇ ਦੇ ਬੱਚੇ ਜਿਹੜੇ ਪ੍ਰਾਈਵੇਟ ਕਾਰਪੋਰੇਟ ਸੈਕਟਰ ਦੇ ਵਿੱਚ, ਗੁੜਗਾਉਂ ਹੋਏ, ਹੋਰ ਹੋਏ, ਸਾਰਾ ਨੇੜੇ ਤੇੜੇ ਦੇ ਫਰੀਦਾਬਾਦ ਹੋਏ, ਉਹਨਾਂ ਨੇ ਇਹ ਸੀ ਵੀ ਉਹ ਸਾਡੇ ਹਰਿਆਣਵੀ ਬੱਚਿਆਂ ਨੂੰ ਨੌਕਰੀਆਂ ਦੇਣਗੇ।
ਹੁਣ ਸੰਵਿਧਾਨ ਜਿਹੜਾ ਜਿਸ ਤਰੀਕੇ ਨਾਲ ਬਣਾਇਆ ਜਾਂ ਲੇਬਰ ਮਾਰਕੀਟ ਦੇ ਕਾਨੂੰਨ ਜਿਸ ਢੰਗ ਨਾਲ ਬਣਾਏ ਉਹ ਇਜਾਜ਼ਤ ਨਹੀਂ ਦਿੰਦੇ। ਉਸੇ ਵੇਲੇ ਉਹ ਗਏ, ਲੋਕ ਕੋਰਟ ਵਿੱਚ ਗਏ ਤੇ ਕੋਰਟ ਨੇ ਉਹ ਰਿਜੈਕਟ ਕਰਤੀ ਸਾਰੀ ਪ੍ਰਪੋਜ਼ਲ। ਦੂਜੇ ਪਾਸੇ ਸਾਡੇ ਬੰਦੇ ਵੀ ਸਾਰੀ ਦੁਨੀਆ 'ਚ ਜਾਂਦੇ ਆ। ਤੁਸੀਂ ਆਪ ਹੀ ਕਹਿ ਰਹੇ ਆ ਕਿ ਬੱਚੇ ਇੱਥੇ ਕੰਮ ਨਹੀਂ ਮਿਲਦਾ, ਸਾਰੀ ਦੁਨੀਆ 'ਚ ਜਾਂਦੇ ਆ। ਇੱਥੇ ਸਾਡੇ ਨੇਪਾਲੀ ਆਏ ਹੋਏ ਆ, ਰੋਜ਼ ਕਾਰਾਂ ਧੋਂਦੇ ਆ ਮੁੰਡੇ, ਹੈ ਨਾ, ਤੇ ਹੋਰ ਕੰਮ ਇੱਧਰੋਂ ਯੂਪੀ ਦੇ ਆਏ ਆ, ਬਿਹਾਰ ਦੇ ਆਏ ਆ, ਵੱਡੇ ਪੱਧਰ 'ਤੇ ਆਏ ਆ। ਤੁਸੀਂ ਇਹ ਕੋਈ ਇਹੋ ਜਿਹਾ ਕਾਨੂੰਨ ਲਿਆਉਣਾ ਚਾਹੀਦਾ ਕਿ ਵਾਕਿਆ ਹੀ ਘੱਟੋ ਘੱਟ ਜਿਹੜੀਆਂ ਗੌਰਮੈਂਟ ਦੀਆਂ ਨੌਕਰੀਆਂ ਆ, ਜਿਹੜੀਆਂ ਪੱਕੀਆਂ ਨੌਕਰੀਆਂ, ਜਿਹਨੂੰ ਪਬਲਿਕ ਸੈਕਟਰ ਦੀਆਂ ਨੌਕਰੀਆਂ, ਉਹ ਤੇ ਡੋਮਿਸਾਈਲ ਦੇ ਵਿੱਚ ਹੋਵੇ। ਕਿਉਂਕਿ ਦੂਜੇ ਸੂਬਿਆਂ 'ਚ ਹੈ ਉਹ ਕੋਈ ਗੈਰ ਕਾਨੂੰਨੀ ਨਹੀਂ, ਸੂਬੇ ਦਾ ਪੈਸਾ, ਸੂਬੇ ਦੀਆਂ। ਇੱਥੇ ਤੇ ਤੁਸੀਂ IAS ਦੇਖ ਲਓ ਕਿੰਨੇ ਕਿਹੜੇ ਸਾਡੇ ਕਿੰਨੇ ਕੁ ਹੈਗੇ, ਕਿਉਂਕਿ ਪੜ੍ਹਦੇ ਹੀ ਨਹੀਂ, ਪੜ੍ਹਾਉਂਦੇ ਹੀ ਨਹੀਂ, ਉਹ ਗੱਲ ਉਹਨਾਂ ਦੀ ਬਣਦੀ ਨਹੀਂ। ਤੇ ਓਵਰਆਲ ਮੈਨੂੰ ਇੰਝ ਲੱਗਦਾ ਆ ਕਿ ਸਾਡੇ ਦੇਸ਼ ਦੇ ਪੰਜਾਬ ਦੇ ਅੰਦਰ, ਦੇਸ਼ ਪੰਜਾਬ ਦੇ ਅੰਦਰ ਤੁਸੀਂ ਇੰਝ ਕਹਿ ਲਓ, ਅਸੀਂ ਜਿੱਥੇ ਤੱਕ ਅਫਸਰਸ਼ਾਹੀ ਹੈ, ਜਿੱਥੇ ਤੱਕ ਸਾਡੇ ਪੁਲਿਸ ਦੇ ਵਿੱਚ ਆਪਣੇ ਬੰਦਿਆਂ ਦਾ, IPS ਅਫਸਰਾਂ ਦਾ ਜ਼ਿਆਦਾ ਹੋਣਾ, ਹੁਣ ਵੀ ਦੇਖ ਲਓ DG ਪੰਜਾਬ ਦਾ ਤਾਂ ਨਹੀਂ ਹੈ। ਇਹ ਸਾਰਾ ਸਾਨੂੰ ਧਿਆਨ ਰੱਖਣਾ ਪਊ ਵੀ ਅਸੀਂ ਉਂਝ ਤੇ ਕਹਿੰਦੇ ਹਾਂ ਵੀ ਉਹ ਕਰਨਾ ਉਹ ਕਰਨਾ, ਤੇ ਉਹ ਬੱਚੇ ਤੁਸੀਂ ਉਹ ਵੱਡੇ ਪੱਧਰ ਤੇ ਪੈਦਾ ਕਰਕੇ ਤੇ IPS IAS IFS ਉਹ ਤੇ ਬਣਾ ਨਹੀਂ ਪਾ ਰਹੇ ਤਾਂ ਕਿ ਤੁਹਾਡੇ ਬੱਚੇ ਆਪ ਇੱਥੇ ਪੰਜਾਬ ਦਾ ਕਾਡਰ ਲੈ ਕੇ ਪੰਜਾਬ ਨੂੰ ਦੇਖਣ। ਦੂਜੇ ਨਾਲ ਹੀ ਕਿਉਂਕਿ ਜਦੋਂ ਉਹ ਭਾਰੂ ਹੋ ਜਾਂਦੇ ਆ ਬਾਹਰਲੇ ਸੂਬਿਆਂ ਦੇ ਬੰਦੇ ਬਿਊਰੋਕਰੇਸੀ 'ਚ, ਉਹ ਫਿਰ ਉਹੋ ਜਿਹੇ ਕਾਨੂੰਨ ਬਣਵਾਉਂਦੇ ਰਹਿੰਦੇ ਆ ਤੇ ਫਿਰ ਚੱਲਦਾ ਰਹਿੰਦਾ। ਸਾਨੂੰ ਇਹਦੇ ਬਾਰੇ, ਗੌਰਮੈਂਟ ਨੌਕਰੀਆਂ ਬਾਰੇ, ਉਹ ਡੋਮਿਸਾਈਲਿਟੀ ਕਿ ਕਿੱਥੋਂ ਦਾ ਬੰਦਾ ਜੰਮ ਪਲ ਹੈਗਾ, ਪੰਜਾਬੀ ਜੰਮ ਪਲ ਹੈ, ਤੇ ਉਹਨੂੰ ਪ੍ਰਾਇਓਰਿਟੀ ਤੇ ਕਰਨਾ ਪਊ। ਕਿਉਂਕਿ ਤੁਹਾਨੂੰ ਬਾਹਰ ਨੌਕਰੀ ਦਿੰਦੇ ਨਹੀਂ ਤੇ ਤੁਸੀਂ ਲਈ ਜਾਓਗੇ ਤੇ ਫਿਰ ਤੁਹਾਨੂੰ ਘਾਟਾ ਪਊਗਾ। ਜਿਹੜੀ ਦੂਜੀ ਗੱਲ ਆ ਉਹਦੇ ਬਾਰੇ ਵੀ ਸੋਚਿਆ ਜਾ ਸਕਦਾ ਆ ਕਿ ਆਪਾਂ ਸਭ ਤੋਂ ਸੌਖਾ ਤਰੀਕਾ ਇਹ ਆ ਕਿ ਸਾਡੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਕੁਆਲਿਟੀ, ਮਿਆਰੀ ਸਿੱਖਿਆ ਦਿੱਤੀ ਜਾਏ। ਉਹ ਉਂਝ ਹੀ ਇੰਨੇ ਤਕੜੇ ਹੋਣ ਕਿ ਉਹਨਾਂ ਦੇ ਮੁਕਾਬਲੇ ਤੇ ਕੋਈ ਖੜਾ ਹੀ ਨਾ ਹੋਵੇ। ਅੱਜ ਦੇ ਯੁੱਗ ਦੇ ਵਿੱਚ ਕੋਈ ਉਹ ਪੁਰਾਣੀ ਥੋੜਾ ਮਾਰਕਾ ਇੰਡਸਟਰੀ ਥੋੜੀ ਹੈ। ਅੱਜ ਕੱਲ੍ਹ ਤੇ ਦਿਮਾਗ ਦੀ ਇੰਡਸਟਰੀ ਹੈ, ਸਾਫ ਸੁਥਰੀ ਇੰਡਸਟਰੀ ਬਹੁਤ, ਉਹ ਇੱਥੇ ਲਾਈ ਜਾਏ। ਜਿਵੇਂ IT ਇੰਡਸਟਰੀ ਹੈ ਜਾਂ ਹੋਰ ਕਿਸਮ ਦੀ ਇੰਡਸਟਰੀ, ਉਹ ਲਾਈ ਜਾਵੇ ਤਾਂ ਉਹਦੇ 'ਚ ਉਹੋ ਜਿਹੇ ਬੱਚੇ ਇੱਥੇ ਸਾਡੇ ਇੰਨੇ ਕੰਪੀਟੈਂਟ ਹੋਣ ਕਿ ਕਾਰਪੋਰੇਟ ਸੈਕਟਰ ਖੁਦ ਬ ਖੁਦ ਕਹੇ ਕਿ ਯਾਰ ਇਹ ਆ ਬੰਦਾ ਮੈਨੂੰ ਤੇ ਚਾਹੀਦਾ, ਮੈਂ ਨਹੀਂ ਉਹ ਪੁਰਾਣੀ ਫਲਾਨੀ ਜਗ੍ਹਾ ਦਾ ਲੈ ਕੇ ਆਉਣਾ। ਪ੍ਰੋਫੈਸਰ ਸਾਹਿਬ, ਤੁਹਾਡੇ ਸਵਾਲ ਦੇ ਵਿੱਚੋਂ ਸਵਾਲ ਹੈ, ਨੌਜਵਾਨਾਂ ਦੀ ਗੱਲ ਕੀਤੀ। ਕੁਝ ਅਜਿਹੇ ਨੌਜਵਾਨ ਨੇ ਜਿਹੜੇ ਭੜਕ ਕੇ ਗੈਂਗਸਟਰ ਵਾਲੇ ਰਸਤੇ ਦੇ ਉੱਪਰ ਪੈ ਗਏ ਨੇ, ਪਰ ਕੁਝ ਅਜਿਹੇ ਨੌਜਵਾਨ ਵੀ ਨੇ ਜਿਹੜੇ ਵਾਪਸ ਪਰਤ ਕੇ ਦਰੁਸਤ ਰਸਤੇ ਦੇ ਉੱਪਰ, ਕਹਿ ਸਕਦੇ ਹਾਂ, ਸਮਾਜ ਸੇਵੀ ਲੱਖਾ ਸਿਧਾਣਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹਦੇ ਉੱਪਰ ਮਾਨ ਸਰਕਾਰ ਨੇ ਨਵਾਂ ਤੋਹਫਾ ਦਿੱਤਾ ਕਿ ਉਹਨਾਂ ਦੇ ਉੱਪਰ ਇੱਕ NDPS ਦੀਆਂ ਧਾਰਾਵਾਂ ਦੇ ਤਹਿਤ ਪਰਚਾ ਦਰਜ ਕਰ ਦਿੱਤਾ ਕਿ ਪਾਕਿਸਤਾਨ ਤੋਂ ਨਸ਼ਾ ਆਉਂਦਾ ਔਰ ਲੱਖਾ ਸਿਧਾਣਾ ਅੱਗੇ ਵੇਚਦਾ ਹੈ। ਕੀ ਲੱਗਦਾ ਹੈ ਕਿ ਜਿਹੜੇ ਇਸ ਤਰੀਕੇ ਦੇ ਨਾਲ ਪਰਚਾ ਕੀਤਾ ਜਾਣਾ, ਜਿਹੜਾ ਇੱਕ ਸਮਾਜ ਦੇ ਮੁੱਦਿਆਂ ਦੇ ਉੱਪਰ ਨੌਜਵਾਨ ਬੋਲਦਾ ਨਜ਼ਰ ਆਉਂਦਾ ਹੈ, ਇਸ ਨੂੰ ਕਿਵੇਂ ਦੇਖਿਆ ਜਾਵੇ? ਮੈਨੂੰ ਲੱਗਦਾ ਕਿ ਜੇ ਇਹ ਗੱਲ ਸੱਚੀ, ਦੇਖੋ ਲੱਖੇ ਸਿਧਾਣੇ ਨੂੰ ਇਸ ਨੂੰ ਹਾਏ ਤੋਬਾ 'ਚ ਨਹੀਂ ਲੈਣਾ ਚਾਹੀਦਾ। ਕਾਰਨ ਇਹ ਹੁੰਦਾ ਕਿ ਜਨਰਲੀ ਇਹ ਆ ਕਿ ਪਰਸੈਪਸ਼ਨ ਬਣਾਤੀ ਜਾਂਦੀ ਹੈ, ਇੱਕ ਲੋਕਾਂ ਬਾਰੇ ਸੋਚ ਫੈਲਾਤੀ ਜਾਂਦੀ ਹੈ ਵੀ ਇਹ ਤੇ ਇਹੋ ਜਿਹਾ, ਲਓ ਜੀ ਉਹ ਤੇ ਇਹੋ ਜਿਹਾ ਹੀ ਆ, ਲੱਖਾ ਸਿਧਾਣਾ ਯਾਰ ਕੀਤਾ ਹੋਣਾ ਆ, ਐਵੇਂ ਥੋੜ੍ਹੀ ਉਹਦੇ ਬੰਦੇ 10 ਗੱਡੀਆਂ ਲੈ ਕੇ ਨਾਲ ਚੱਲਦਾ, ਜਿੱਧਰੋਂ ਕੌਣ ਖਰਚਾ ਕਰਦਾ। ਇਹੋ ਜਿਹੀ ਇੱਕ ਸੋਸ਼ਲ ਮੀਡੀਆ ਰਾਹੀਂ ਹੋਰ ਕੁਛ ਉਹਨਾਂ ਦਾ ਪਿਛੋਕੜ ਵੀ ਇਹੋ ਜਿਹਾ। ਤੁਸੀਂ ਖੁਦ ਹੀ ਕਹਿੰਦੇ ਆ ਗੈਂਗਸਟਰ ਟਰਨਡ ਪੋਲੀਟੀਸ਼ੀਅਨ, ਉਹ ਗੈਂਗਸਟਰ ਨਾਲ ਸ਼ਬਦ ਮੀਡੀਆ ਲਾਉਂਦਾ ਹੀ ਲਾਉਂਦਾ, ਉਹ ਲੱਥਦੀ ਨਹੀਂ, ਪੂਛ ਨਹੀਂ ਪਿੱਛੋਂ ਲੱਥਦੀ। ਤੇ ਜੇ ਤੁਹਾਨੂੰ ਕੋਈ ਇਹੋ ਜਿਹੇ ਕੇਸ ਬਣਾ ਦੇ ਤੇ ਅੱਧਾ ਕਿਤੇ ਲੋਕ ਵੈਸੇ ਹੀ ਵਿਸ਼ਵਾਸ ਕਰਨ ਲੱਗ ਜਾਂਦੇ ਵੀ ਯਾਰ ਕਿਤੇ ਹੋ ਹੀ ਸਕਦੀ ਆ। ਅੱਧੇ ਕਿ ਜਿਹੜੇ ਸਿਆਣੇ ਲੋਕ ਆ ਉਹ ਕਹਿੰਦੇ ਨਹੀਂ ਨਹੀਂ, ਇਹ ਤੇ ਉਹਨਾਂ ਦੇ ਉੱਤੇ ਇਹ ਜ਼ਬਰਦਸਤੀ ਉਹਨਾਂ ਨੂੰ ਕਾਰਨਰ ਕਰਨ ਲਈ ਹੋ ਰਿਹਾ। ਮੇਰਾ ਜੇ ਮੈਨੂੰ ਪੁੱਛੋ ਤਾਂ ਮੈਨੂੰ ਲੱਗਦਾ ਕਿ ਇਸ ਨੂੰ ਲੱਖੇ ਸਿਧਾਣੇ ਨੂੰ ਬੜਾ ਕੂਲਲੀ ਤੇ ਬੜੇ ਤਹੱਮਲ ਦੇ ਨਾਲ ਲੈਣਾ ਚਾਹੀਦਾ। ਉਹਦੇ ਨਾਲ ਹੋਊਗਾ ਕੀ ਕਿ ਜੇ ਉਹ ਸੱਚਾ ਆ ਉਹ ਇਸ ਕੇਸ 'ਚੋਂ ਬਿਲਕੁਲ ਬਰੀ ਹੋ ਜਾਂਦਾ, ਜਾਂ ਇਸ ਕੇਸ 'ਚ ਕੁਛ ਬਹੁਤਾ ਨਿਕਲਦਾ ਨਹੀਂ, ਤੇ ਜਿਹੜਾ ਉਹਨੂੰ ਉਹ ਸਰਟੀਫਿਕੇਟ ਕੋਰਟ ਵੱਲੋਂ ਇੱਕ ਵਾਰੀ ਮਿਲ ਜਾਊਗਾ ਜਾਂ ਇਸ ਤਹਿਕੀਕਾਤ ਦੇ ਵਿੱਚੋਂ ਮਿਲ ਜਾਊਗਾ, ਫਿਰ ਉਹ ਗਾਂ ਲਈ ਵੀ ਉਹਦੇ ਲਈ ਇੱਕ ਬਹੁਤ ਵੱਡਾ ਸਾਬਣ ਦਾ ਕੰਮ ਕਰੂਗਾ। ਜਦੋਂ ਕੋਈ ਇਹੋ ਜਿਹਾ ਚੱਕਰ ਸੁੱਟਣ ਲੱਗੂਗਾ ਉਸੇ ਵੇਲੇ ਉਹ ਸਰਟੀਫਿਕੇਟ ਦਾ ਸਾਬਣ ਆਊ ਵੀ ਪਹਿਲਾਂ ਵੀ ਕੀਤਾ ਸੀ, ਕੀ ਬਣਿਆ। ਇਹ ਤੁਸੀਂ ਮੈਨੂੰ ਬਾਰ-ਬਾਰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ। ਮੇਰਾ ਖਿਆਲ ਹੈ ਕਿ ਇਹ ਜਿਹੜਾ ਇਮਤਿਹਾਨ ਉਹਨਾਂ ਨੂੰ ਪੈ ਗਿਆ ਹੁਣ, ਜਾਂ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਭਾਵੇਂ ਆਪਣੇ ਕਾਰਨਾਂ ਕਰਕੇ ਪਾਇਆ ਹੋਵੇ,
ਠੀਕ ਹੈ। ਉਸ ਦੇ ਵਿੱਚ ਮੀਡੀਆ ਦੇ ਵਿੱਚ ਕਿਹਾ ਸੀ ਉਹਨਾਂ ਨੇ ਕਿ ਮੈਨੂੰ ਜਿਹੜੀਆਂ ਧਮਕੀਆਂ ਆ ਰਹੀਆਂ ਕਿ ਜਾਂ ਤੇ ਦਿੱਲੀ ਵਾਲਿਆਂ ਨੂੰ ਜਾ ਕੇ ਮਿਲ, ਪੰਜਾਬ ਦੇ ਮੁੱਦਿਆਂ ਦੇ ਉੱਪਰ ਬੋਲਣਾ ਬੰਦ ਕਰ ਦੇ, ਨਹੀਂ ਤੇ ਤੇਰੇ ਪੁਰਾਣੇ ਵੀ ਕੇਸ ਖੋਲੇ ਜਾਣਗੇ, ਨਵੇਂ ਪਰਚੇ ਪਾਏ ਜਾਣਗੇ। ਲੱਖੇ ਸਿਧਾਣੇ ਨੂੰ ਇਹ ਜ਼ਾਹਰ ਕਰਨਾ ਚਾਹੀਦਾ ਕਿ ਉਹ ਕੌਣ ਬੰਦੇ ਆ ਤੇ ਕੌਣ ਨੰਬਰ ਹੈਗੇ ਆ। ਨਹੀਂ ਤੇ ਇਹ ਨਾ ਗੱਲ ਹੋਵੇ ਕਿ ਜਿਵੇਂ ਆਮ ਆਦਮੀ ਪਾਰਟੀ 25-25 ਕਰੋੜ ਦਾ ਰੌਲਾ ਪਾਉਂਦੀ ਹੈ ਵੀ ਉਹ ਸਾਨੂੰ 25 ਕਰੋੜ, ਉਹ ਆਪਣੇ ਆਪ ਹੀ ਆਪਣੀ ਕੀਮਤ ਪਾਈ ਜਾਂਦੇ ਆ, ਭਾਵੇਂ 25 ਲੱਖ ਵੀ ਨਾ ਹੋਵੇ ਕੋਤੇ। ਵੀ ਤੁਸੀਂ ਉਹ ਜੋ ਆਪਣੀ ਸ਼ੇਅਰ ਮਾਰਕੀਟ ਇੰਨੀ ਤਾਂ ਚੱਕੀ ਹੈ ਤੇ ਬੰਦੇ ਤੇ ਦੱਸੋ ਕਿਹੜੇ ਆ ਹੈ। ਉਹ ਸਾਡਾ ਸਸ਼ੋਧੀਆਂ ਨੂੰ ਬਣਾਉਣ ਲੱਗੇ ਸੀ ਚੀਫ ਮਿਨਿਸਟਰ, ਸ਼ੁਕਰ ਆ ਮੈਂ ਕੋਈ ਪੁਰਾਣੇ ਚੰਗੇ ਕਰਮ ਕੀਤੇ ਹੋਣੇ ਆ। ਕੇਜਰੀਵਾਲ ਕਹਿੰਦਾ ਦਿੱਲੀ 'ਚ ਮੀਡੀਆ ਸਾਹਮਣੇ ਕਿ ਮੈਂ ਬਚ ਗਿਆ, ਮੇਰੀ ਤੇ ਜ਼ਮੀਨ ਖਸਕਾਉਣ ਲੱਗੇ ਸੀਗੇ, ਮੇਰੇ ਤੇ ਆਹ ਕਰਨ ਲੱਗੇ। ਉਹ ਬੰਦੇ ਤੇ ਦੱਸੋ ਕਿਹੜੇ ਆ ਯਾਰ। ਕੀ ਲੋਕਾਂ ਦਾ ਇੰਨਾ ਅਧਿਕਾਰ ਨਹੀਂ ਗਾ ਕਿ ਤੁਹਾਡੇ ਤੇ ਹਮਲਾ, ਚੁਣੇ ਹੋਏ ਚੀਫ ਮਿਨਿਸਟਰਾਂ ਤੇ ਲੋਕ ਡੋਰੇ ਪਾਉਣ ਨੂੰ ਫਿਰਦੇ ਆ, ਜਾਂ ਉਹਨਾਂ ਨੂੰ ਕਿਸੇ ਨੂੰ ਜਾਂ ਧਮਕੀਆਂ ਮਿਲਦੀਆਂ ਜਾਂ ਲਾਲਚ ਮਿਲੇ ਆ। ਲੋਕਾਂ ਨੂੰ ਦੱਸੋ ਵੀ ਸਾਡੇ ਨਾਲ ਆਹ ਬੰਦੇ ਕਰ ਰਹੇ, ਦੱਸਿਆ ਤਾਂ ਕੁਛ ਹੈ ਨਹੀਂ। ਤੇ ਇਹੀ ਗੱਲ ਲੱਖੇ ਸਿਧਾਣੇ ਨੂੰ ਵੀ ਮੇਰਾ ਖਿਆਲ ਹੈ ਕਿ ਜੇ ਕੋਈ ਧਮਕੀ ਆਉਂਦੀ ਹੈ ਉਹ ਜਗ ਜ਼ਾਹਰ ਕਰਨੀ ਚਾਹੀਦੀ ਹੈ ਕਿ ਇਸ ਫੋਨ ਤੋਂ ਮੈਨੂੰ ਆਈ ਆ, ਤੇ ਨਾਲ ਰਿਪੋਰਟ ਵੀ ਦਰਜ ਕਰਾਉਣ। ਕੋਈ ਕਹਿੰਦਾ ਆ ਇਹ ਤੇ ਨੰਬਰ ਦਿੱਤਾ ਹੋਇਆ, ਆਮ ਆਦਮੀ ਪਾਰਟੀ ਨੇ ਵੀ ਨੰਬਰ ਦਿੱਤਾ ਹੋਇਆ, ਬਾਰ-ਬਾਰ ਕਹਿੰਦੇ ਉਹਦੇ ਤੇ ਆਪਣੀ ਵੀਡੀਓ ਜਾਂ ਹੋਰ ਸਾਰਾ ਰਿਕਾਰਡਿੰਗ ਰੱਖਣ। ਜੇ ਅੱਗੇ ਨਹੀਂ ਕੀਤੀ ਤੇ ਹੁਣ ਰੱਖਣ ਉਹ ਧਮਕੀਆਂ ਦੀ, ਉਹ ਸਾਰੀ ਜਾਣੀ ਚਾਹੀਦੀ ਹੈ। ਮੇਰਾ ਖਿਆਲ ਹੈ ਕਿ ਇਸ ਗੱਲ ਦਾ ਲੱਖੇ ਸਿਧਾਣੇ ਨੂੰ, ਕਿਉਂਕਿ ਉਹ ਹੁਣ ਇੱਕ ਆਮ ਜੀਵਨ 'ਚ ਆਉਣਾ ਚਾਹੁੰਦਾ, ਬਹੁਤਾ ਨੁਕਸਾਨ ਨਹੀਂ ਕਰ ਪਾਉਣਗੇ। ਕਿਉਂਕਿ ਜੇ ਉਹ ਪਾਕ ਦਾਮਨ ਹੈ ਤੇ ਜੇ ਕੋਈ ਉਹ ਪੁਰਾਣੀ ਗੱਲ ਵਾਕਿਆ ਹੀ ਫੈਕਟ ਐਂਡ ਫਿਗਰਸ ਕੱਢ ਕੇ ਲਿਆਉਂਦੇ ਆ ਤੇ ਫਿਰ ਕੋਈ ਗੱਲ ਹੁੰਦੀ ਹੈ ਤਾਂ ਫਿਰ ਉਹਦੇ ਵਿੱਚ ਨੁਕਸਾਨ ਵੀ ਹੋ ਸਕਦਾ। ਮੇਰਾ ਖਿਆਲ ਹੈ ਕਿ ਇਸ ਨੂੰ ਬੜੇ ਹੀ ਸਹਿਜ ਤੇ ਤਹੱਮਲ ਦੇ ਨਾਲ ਲੱਖੇ ਸਿਧਾਣੇ ਨੂੰ ਪੋਲੀਟਿਕਸ ਉਤਰਨ ਦੇ ਨਾਲੋਂ ਇਸ ਗੱਲ ਦੇ ਉੱਤੇ ਉਹਦਾ ਸਾਫ਼ ਸੁਥਰਾ ਇੱਕ ਸਰਟੀਫਿਕੇਟ ਜ਼ਰੂਰ ਲੈ ਲੈਣਾ ਚਾਹੀਦਾ। ਪੰਜਾਬ ਦੇ ਅੰਦਰ ਮੈਦਾਨ ਦੇ ਵਿੱਚ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਜਿਹੜੇ ਨੀਤੀਗਤ ਨੂੰ ਲੈ ਕੇ ਗੱਲਬਾਤ ਕੀਤੀ ਹੈ ਤਾਂ ਪ੍ਰੋਫੈਸਰ ਮਨਜੀਤ ਸਿੰਘ ਨੇ ਬੜੇ ਸਾਫ਼ ਔਰ ਸਿੱਧੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਜਿਸ ਤਰੀਕੇ ਦੀ ਆਮ ਆਦਮੀ ਪਾਰਟੀ ਦੇ ਕੋਲੋਂ ਉਮੀਦ ਸੀਗੀ, ਕਿਤੇ ਨਾ ਕਿਤੇ ਉਹਨਾਂ ਉਮੀਦਾਂ ਦੇ ਉੱਪਰ ਪਾਣੀ ਵੀ ਫਿਰਿਆ ਨਜ਼ਰ ਆਉਂਦਾ ਹੈ। ਮੌਜੂਦਾ ਸਮੇਂ ਦੇ ਵਿੱਚ ਵੀ, ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਧੰਨਵਾਦ।